ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਲੀਗਲ ਸੋਲੂਸ਼ਨ ਦੇ ਸ਼ੋਅ ਵਿੱਚ। ਅੱਜ ਥੋੜੇ ਲੇਟ ਹੋ ਗਏ, ਮਾਫ ਕਰ ਦਿਓ ਕਿਉਂਕਿ ਥੋੜੇ ਮੈਂ ਆਪਣਾ हेयर एंड ब्यूटी पार्लर का कोर्स करता सीगा, मेकअप जिहा कर रहा सी, फर्क तो बड़ा पिया नहीं तो फिर भी ਅਸੀਂ कर रहे ਸੀਗੇ। ਅੱਜ ਦਾ ਸ਼ੋਅ ਇਮੀਗ੍ਰੇਸ਼ਨ ਬਾਰੇ ਨਹੀਂ, ਇਸ ਲਈ ਬੜੇ ਤੁਹਾਨੂੰ ਪਹਿਲਾਂ ਨਾਰਾਜ਼ ਕਰਨਾ ਇਸ ਚੀਜ਼ ਬਾਰੇ, ਬਟ ਅੱਜ ਦਾ ਸ਼ੋਅ ਥੋੜਾ ਡਿਫਰੈਂਟ ਨੇਚਰ ਦਾ ਹੈ। ਇਦਾਂ ਦਾ ਟੌਪਿਕ ਆ ਜਿਹਦੇ ਬਾਰੇ ਅਸੀਂ ਪੰਜਾਬੀ ਕਰ ਲੈਂਦੇ ਆ ਪਰ ਗੱਲ ਕਰਨਾ ਨਹੀਂ ਚਾਹੁੰਦੇ। ਕਈ ਇਦਾਂ ਦੇ ਟੌਪਿਕਸ ਆ ਜਿਹੜੇ ਸਾਡੇ ਕਮਿਊਨਿਟੀ ਵਿੱਚ ਹੁੰਦੇ ਆ ਪਰ ਅਸੀਂ ਸੋਚਦੇ ਇਹਦੇ ਬਾਰੇ ਗੱਲ ਨਹੀਂ ਕਰਨੀ ਜਾਂ ਨਿਆਣਿਆਂ ਨੂੰ ਪਤਾ ਲੱਗ ਜੂਗਾ ਜਾਂ ਇਹਨੂੰ ਕੋਈ ਗੱਲ ਨਹੀਂ, ਇਹਨੂੰ ਕੋਨੇ ਤੇ ਰੱਖ ਦਿਓ, ਇਹ ਚੀਜ਼ਾਂ ਚੰਗੀਆਂ ਨਹੀਂ ਸਾਡੇ ਸਮਾਜ ਲਈ, ਪਰ ਕਰਦੇ ਵੀ ਹੈਗੇ ਆ ਫਿਰ ਕਹਿਣਾ ਚੰਗੀਆਂ ਵੀ ਨਹੀਂ ਸਮਾਜ ਲਈ। ਬਟ ਇੱਕ ਇੱਦਾਂ ਦਾ ਟੌਪਿਕ ਆ ਤਾਂ ਇਸ ਤੋਂ ਪਹਿਲਾਂ ਕਿ ਅਸੀਂ ਸ਼ੋਅ ਸ਼ੁਰੂ ਕਰੀਏ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਰਲ ਮਿਲ ਕੇ ਖੁਸ਼ ਰਹਿਣ ਫੈਮਿਲੀ ਪਰਿਵਾਰਕ ਤੌਰ ਤੇ। ਬਟ ਓਬਵੀਅਸਲੀ ਕਈ ਫੈਮਲੀਆਂ ਨੂੰ ਪ੍ਰੋਬਲਮ ਹੁੰਦੀ ਆ ਤਾਂ ਉਹਦੇ ਵਿੱਚ ਪ੍ਰੋਬਲਮ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤੇ ਲੋਕ ਜਾਣਨਾ ਚਾਹੁੰਦੇ ਕਿ ਉਹਨਾਂ ਦੇ ਕਾਨੂੰਨੀ ਹੱਕ ਕੀ ਆ। ਅੱਜ ਮੈਂ ਨਹੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣੇ, ਅੱਜ ਸਵਾਲ ਪੁੱਛੂੰਗਾ ਜ਼ਰੂਰ ਪਰ ਜਵਾਬ ਦੇਣ ਵਾਲੇ ਹੋ ਰਿਹਾ। ਬੜੀ ਖੁਸ਼ੀ ਦਾ ਮੌਕਾ ਹੈ ਕਿ ਪਹਿਲੀ ਵਾਰੀ ਸਾਡੇ ਲੀਗਲ ਸੋਲੂਸ਼ਨ ਸ਼ੋਅ ਤੇ ਇੱਕ ਫੀਮੇਲ ਸਲਿਸਟਰ ਆਏ ਆ ਤਾਂ ਉਹ ਵੀ ਇੱਕ ਪੰਜਾਬਣ, ਤੇ ਮੈਂ ਗੁਰਜੀਤ ਕੌਰ ਚਾਹਲ ਨੂੰ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਗੁਰਜੀਤ ਜੀ, ਤੇ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਸ਼ੋਅ 'ਚ। ਥੈਂਕ ਯੂ ਵੈਰੀ ਮਚ। ਤੇ ਬਰਮਿੰਘਮ ਤੋਂ ਤੁਸੀਂ ਚੱਲ ਕੇ ਆਏ ਆ, ਉਹ ਮੈਨੂੰ ਪਤਾ ਬਾਤ ਕਿੰਨੀ ਲੰਮੀ ਹੁੰਦੀ ਹੈ। ਤੇ ਗੁਰਜੀਤ ਜੀ ਤੁਸੀਂ ਕਿਹੜੀ ਚੀਜ਼ ਸਪੈਸ਼ਲਾਈਜ਼ ਕਰਦੇ ਆ? ਅਸੀਂ ਕਰਦੇ ਹੈਗੇ ਜੋ ਫੈਮਿਲੀ ਤੇ ਮੈਟਰੀਮੋਨੀਅਲ ਕੇਸਿਸ ਹੁੰਦੇ ਹੈਗੇ ਆ, ਜੋ ਘਰ ਦੇ ਘਰੇਲੂ ਮਾਮਲੇ ਹੁੰਦੇ ਆ। ਹਾਂਜੀ। ਤੇ ਓਬਵੀਅਸਲੀ ਹੁਣ ਸਾਡੇ ਘਰਾਂ ਵਿੱਚ ਪ੍ਰੋਬਲਮਾਂ ਤਾਂ ਹੁੰਦੀਆਂ ਰਹਿੰਦੀਆਂ। ਹਾਂਜੀ। ਤੇ ਆਮ ਤੌਰ ਤੇ ਅਸੀਂ ਇੱਕ ਇਦਾਂ ਦਾ ਸ਼ਬਦ ਆ ਗਿਆ ਸਾਡੀ ਕਮਿਊਨਿਟੀ ਵਿੱਚ ਜੋ ਅਸੀਂ ਨਹੀਂ ਪਸੰਦ ਕਰਦੇ, ਡਿਵੋਰਸ। ਹਾਂਜੀ ਬਿਲਕੁਲ। ਜੇ ਹੁਣ ਘਰ ਵਿੱਚ ਕਿਸੇ ਦੀ ਨਹੀਂ ਬਣਦੀ ਹੁੰਦੀ ਆ, ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਕਿ ਡਿਵੋਰਸ ਇਹ ਹੁੰਦਾ ਕੀ ਹੈ? ਵਾਟ ਇਜ਼ ਡਿਵੋਰਸ? ਡਿਵੋਰਸ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਜੋ ਮੈਰਿਜ ਹੈ, ਜੋ ਤੁਹਾਡਾ ਵਿਆਹ ਆ, ਉਹ ਤੁਸੀਂ ਟਰਮੀਨੇਟ ਕਰਨਾ ਚਾਹੁੰਦੇ, ਜੋ ਖਤਮ ਕਰਨਾ ਚਾਹੁੰਦੇ ਆ, ਤੁਸੀਂ ਬਿਲਕੁਲ ਫੈਸਲਾ ਕਰ ਲਿਆ ਆ ਕਿ ਮੈਰਿਜ ਜੋ ਹੈਗੀ ਕੈਂਸਲ ਕਰਨੀ ਹੈਗੀ ਆ, ਖਤਮ ਕਰਨੀ ਹੈਗੀ। ਡਿਵੋਰਸ ਕਰਨ ਤੋਂ ਪਹਿਲਾਂ, ਖਤਮ ਕਰਨ ਤੋਂ ਪਹਿਲਾਂ ਕੋਈ ਹੋਰ ਵੀ ਰਸਤੇ ਹੈਗੇ ਜਿਹੜੇ ਬੰਦੇ ਨੂੰ ਅਪਣਾਉਣੇ ਚਾਹੀਦੇ? ਜ਼ਰੂਰ। ਸਾਡੀ ਕਲਚਰ ਦੇ ਵਿੱਚ ਪਹਿਲੀ ਤਾਂ ਗੱਲ ਇਹ ਹੈ ਕਿ ਫੈਮਲੀਜ਼ ਜੋ ਹੈਗੇ ਆ ਉਹ ਇੰਟਰਵੀਨ ਕਰਦੇ ਹੈਗੇ ਆ, ਉਹ ਟਰਾਈ ਕਰਦੇ ਹੈਗੇ ਆ ਕਿ ਬੱਚਿਆਂ ਨੂੰ ਸਮਝਾਉਂਦੇ ਆ, ਬੈਠ ਕੇ ਮਾਂ-ਬਾਪ ਜਿਹੜੇ ਵਿਚੋਲੇ ਹੁੰਦੇ ਹੈਗੇ ਆ ਉਹ ਬੈਠ ਕੇ ਟਰਾਈ ਕਰਦੇ ਹੈਗੇ ਕਿ ਸਮਝੌਤਾ ਕਿਸੇ ਤਰੀਕੇ ਨਾਲ ਹੋ ਜਾਵੇ ਬੱਚਿਆਂ ਦੇ ਖਾਤਰ ਜਾਂ ਉਦਾਂ ਹੀ ਕਮਿਊਨਿਟੀ ਦੇ ਖਾਤਰ। ਜੇ ਲਾਸਟ ਰਿਜ਼ੋਰਟ ਇਹ ਹੁੰਦਾ ਹੈ ਕਿ ਜੇ ਨਹੀਂ ਉਹਨਾਂ ਦਾ ਸਮਝੌਤਾ ਹੁੰਦਾ ਹੈਗਾ ਤਾਂ ਫਿਰ ਵਕੀਲ ਕੋਲ ਜਾਂਦੇ ਹੈਗੇ ਆ। ਹੋਰ ਵੀ ਹੁੰਦੇ ਆ ਕਿ ਜੇ ਤੁਸੀਂ ਫੈਮਿਲੀ ਨੂੰ ਨਹੀਂ ਇਨਵੋਲਵ ਕਰਨਾ ਚਾਹੁੰਦੇ ਹੈਗੇ ਤੇ ਏਜੰਸੀਜ਼ ਖਰਾਬ ਕਰ ਦਿੰਦੀਆਂ ਹੋਣਗੀਆਂ। ਹਾਂਜੀ ਹਾਂਜੀ, ਏਜੰਸੀਜ਼ ਵੀ ਇੱਥੇ ਇੰਗਲੈਂਡ ਦੇ ਵਿੱਚ ਹੈਗੇ, ਉਹਨਾਂ ਦੇ ਹੈਗੇ ਨਾਮ ਹੈਗੇ ਆ ਰਿਲੇਟ, ਜੋ ਕਾਉਂਸਲਿੰਗ ਦਿੰਦੇ ਹੈਗੇ, ਜੋ ਤੁਹਾਨੂੰ ਬੈਠ ਕੇ ਸਮਝੌਤੇ ਕਰਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਇੱਕ ਤਾਂ ਹੈਗਾ ਰਿਲੇਟ, ਦੂਸਰਾ ਹੈਗਾ ਆ ਮੀਡੀਏਸ਼ਨ ਹੁੰਦੀ ਹੈਗੀ ਹੈ, ਜਦੋਂ ਤੁਸੀਂ ਬੈਠ ਕੇ ਕਿਸੇ ਦਾ ਟਰਾਈ ਕਰੋ ਕਿ ਅਸੀਂ ਜੋ ਰਿਲੇਸ਼ਨਸ਼ਿਪ ਖਤਮ ਕਰਨਾ ਹੈਗਾ ਆ ਬੜੇ ਸਮਝੌਤੇ ਦੇ ਨਾਲ ਕਰੀਏ, ਵਕੀਲਾਂ ਨੂੰ ਨਾ ਇਨਵੋਲਵ ਕਰੀਏ ਤੇ ਖਰਚਾ ਨਾ ਹੋਵੇ ਕਿਸੇ ਤਰੀਕੇ ਦਾ, ਤੇ ਉਹ ਹੁੰਦਾ ਆ ਆਪਸ਼ਨਸ ਹੁੰਦੇ ਆ। ਗੁਰਜੀਤ, ਜੇ ਹੁਣ ਚਲੋ ਹਸਬੈਂਡ ਵਾਈਫ ਨੇ ਫੈਸਲਾ ਕਰ ਲਿਆ ਕਿ ਸਾਡੀ ਨਹੀਂ ਬਣਦੀ ਤੇ ਅਸੀਂ ਡਿਵੋਰਸ ਕਰਨਾ, ਕੀ ਇਹ ਡਿਵੋਰਸ ਕਿੱਦਾਂ ਲਈਦਾ? ਇਹ ਆ ਫਿਰ ਤੁਸੀਂ ਆਪਸ਼ਨਸ ਇਹ ਆ ਕਿ ਇੱਥੇ ਇਸ ਕੰਟਰੀ ਦੇ ਵਿੱਚ ਇੱਕੋ ਹੀ ਗਰਾਊਂਡ ਆ ਡਿਵੋਰਸ ਵਾਸਤੇ, ਤਾਂ ਉਹ ਇਹ ਹੈਗਾ ਹੈ ਕਿ ਜੋ ਮੈਰਿਜ ਹੈਗੀ ਹੈ ਉਹ ਇਰਰੀਟਰੀਵੇਬਲੀ ਬ੍ਰੇਕ ਡਾਊਨ ਹੋ ਗਈ ਹੈ। ਮਤਲਬ ਉਹ ਬਣ ਨਹੀਂ ਸਕਦੀ, ਖਤਮ ਹੋ ਗਈ। ਹਾਂਜੀ। ਤੇ ਇਦਾਂ ਹੈ ਕਿ ਫਿਰ ਤੁਸੀਂ ਕੋਰਟ ਨੂੰ ਪੇਸ਼ ਕਰਨਾ ਪੈਂਦਾ ਹੈਗਾ ਆ, ਗਰਾਊਂਡ ਡਿਵੋਰਸ ਦਾ ਫੈਕਟ ਕਰਨਾ ਪੈਂਦਾ ਹੈ। ਕੋਈ ਪ੍ਰੂਫ ਵੀ ਪੇਸ਼ ਕਰਨਾ ਪੈਂਦਾ? ਸਾਰੇ ਤਕਰੀਬਨ ਇਸ ਕੰਟਰੀ ਦੇ ਵਿੱਚ ਤਕਰੀਬਨ ਪੇਪਰ ਵਰਕ ਦੇ ਤੌਰ ਤੇ ਸਾਰਾ ਕੁਝ ਪ੍ਰੂਫ ਹੁੰਦਾ ਆ। ਇੱਕ ਤਾਂ ਹੁੰਦਾ ਜੇ ਤੁਸੀਂ ਬਿਹੇਵੀਅਰ ਕਿਸੇ ਦੀ ਚੰਗੀ ਨਹੀਂ ਹੈਗੀ, ਉਹ ਤੁਸੀਂ ਲਿਖ ਦਿੰਦੇ ਹੁੰਦੇ ਕੋਰਟ, ਮਤਲਬ ਕਿ ਉਹਦਾ ਸਲੂਕ ਚੰਗਾ ਨਹੀਂ। ਹਾਂਜੀ। ਤੇ ਮਤਲਬ ਕਿੱਦਾਂ ਬਿਹੇਵੀਅਰ, ਐਗਜ਼ਾਮਪਲ ਦਿਓ। ਕੋਈ ਵੀ ਹੋ ਸਕਦਾ, ਨਿੱਕੀ ਨਿੱਕੀ ਮੋਟੀ ਗੱਲ ਵੀ ਹੋ ਸਕਦੀ ਆ, ਵੱਡੀ ਵੀ ਗੱਲ ਹੋ ਸਕਦੀ ਆ। ਕੋਈ ਤੁਹਾਨੂੰ ਗਾਲਾਂ ਕੱਢਦਾ ਜਾਂ ਕੁੱਟਦਾ ਜਾਂ ਮਾਰਦਾ ਜਾਂ ਤੁਹਾਡੀ ਆਪਸ ਵਿੱਚ ਬਣਦੀ ਨਹੀਂ, ਜਾਂ ਰਾਤ ਨੂੰ ਸ਼ਰਾਬਾਂ ਪੀਂਦਾ ਜਾਂ ਕੀ ਆ, ਜਾਂ ਬਾਹਰ ਸ਼ਾਪਿੰਗ ਹੀ ਕਰੀ ਜਾਂਦੀ ਆ। ਚਲ ਠੀਕ ਹੈ, ਤੁਸੀਂ ਫਿਰ ਐਡਵਾਈਸ ਲੈ ਕੇ ਵਕੀਲ ਦੀ ਉਹ ਤੁਸੀਂ ਪੇਸ਼ ਕਰ ਸਕਦੇ ਹੈਗੇ ਆ। ਤੇ ਹੋਰ ਵੀ ਗਰਾਊਂਡ ਹੈਗੇ ਆ। ਇੱਕ ਹੈਗਾ ਕਿ ਜੇ ਤੁਸੀਂ ਇੱਕ ਪਾਰਟਨਰ ਜੋ ਹੈਗਾ ਆ ਉਹ ਕਿਸੇ ਹੋਰ ਦੇ ਨਾਲ ਰਿਲੇਸ਼ਨਸ਼ਿਪ ਹੈਗੀ ਆ, ਅਡਲਟਰੀ ਹੁੰਦੀ ਆ, ਜੇ ਕੋਈ ਤੁਹਾਡੇ ਹਸਬੈਂਡ ਵਾਈਫ ਕਿਸੇ ਹੋਰ ਨਾਲ ਫਿਰਦਾ। ਹਾਂਜੀ, ਉਹਦੇ ਲਈ ਇਦਾਂ ਹੈ ਕਿ ਜੇ ਤਾਂ ਦੋਨੇ ਜਾਣੇ ਮੰਨਦੇ ਆ ਕਿ ਹੋਈ ਹੈ ਗੱਲ, ਫਿਰ ਹੀ ਇਹ ਗਰਾਊਂਡ ਯੂਜ਼ ਕਰੀਦਾ ਹੁੰਦਾ ਹੈ। ਉਹ ਤਾਂ ਮੰਨ ਜਾਂਦੇ, ਉਹਨਾਂ ਦੇ ਮਾਪੇ ਤੱਕ ਬਹੁਤ ਘੱਟ ਮੰਨਦੇ, ਤੁਹਾਨੂੰ ਪਤਾ ਹੀ ਹੈ। ਸਾਡਾ ਪੱਪੂ ਤਾਂ ਕਦੇ ਗਲਤੀ ਕਰ ਨਹੀਂ ਸਕਦਾ, ਕੁੜੀ ਖਰਾਬ ਹੋਣੀ ਆ ਕਹਿੰਦੇ। ਪਰ ਯੂਜੂਅਲੀ ਇੱਥੇ ਇਦਾਂ ਹੈ, ਜਾਂ ਤਾਂ ਬਿਹੇਵੀਅਰ ਦੇ ਤੌਰ ਤੇ ਹੁੰਦਾ ਹੈ ਜਾਂ ਸੈਪਰੇਸ਼ਨ ਦੇ ਤੌਰ ਤੇ ਹੁੰਦੇ ਆ। ਅੱਛਾ, ਸੈਪਰੇਸ਼ਨ ਦਾ ਦੱਸ ਮੈਨੂੰ ਥੋੜਾ। ਡਿਵੋਰਸ ਇਹ ਆ ਕਿ ਜੇ ਤੁਸੀਂ 2 ਸਾਲ ਤੁਹਾਨੂੰ ਸੈਪਰੇਸ਼ਨ ਹੋਈ ਆ
ਤੇ ਜੇ ਦੋਨੇ ਪਾਰਟੀ ਮੰਨਦੇ ਆ ਡਿਵੋਰਸ ਨੂੰ ਸਾਈਨ ਕਰਨ ਨੂੰ ਤਿਆਰ ਆ ਫਿਰ ਤੁਸੀਂ 2 ਸਾਲ ਸੈਪਰੇਸ਼ਨ ਤੇ ਡਿਵੋਰਸ ਲੈ ਅੱਛਾ, ਸਕਦੇ ਜੇ ਮੈਂ ਵੀ ਰਾਜੀ ਆ, ਮੇਰੀ ਵਹੁਟੀ ਵੀ ਰਾਜੀ ਆ, ਫਿਰ 2 ਸਾਲ ਅਸੀਂ ਇਕੱਠੇ ਨਹੀਂ ਰਹੇ, ਜੁਦਾ ਜੁਦਾ ਰਹੇ, ਫਿਰ ਡਿਵੋਰਸ ਹੋ ਜਾਂਦਾ। ਬਿਲਕੁਲ। ਜੇ ਹੁਣ ਮੈਂ ਡਿਵੋਰਸ ਚਾਹਾਂ ਤਾਂ ਮੇਰੀ ਵਹੁਟੀ ਮੰਨੇ ਨਾ, ਫਿਰ ਤੁਸੀਂ 2 ਸਾਲ ਤੇ ਨਹੀਂ ਕਰ ਸਕਦੇ ਫਿਰ ਕਿੰਨਾ ਚਿਰ ਠਹਿਰਨਾ ਪੈਂਦਾ? ਫਿਰ ਇਦਾਂ ਜੇ ਤਾਂ ਬਿਹੇਵੀਅਰ ਨਹੀਂ ਹੈਗਾ ਫਿਰ ਤੁਹਾਨੂੰ 5 ਸਾਲ ਵੇਟ ਕਰਨੀ ਪੈਂਦੀ ਹੈਗੀ ਆ। ਓਕੇ, 5 ਸਾਲ ਠਹਿਰਨਾ ਪੈਂਦਾ। ਹਾਂਜੀ। ਤੇ ਕਈ ਲੋਕ ਕਹਿੰਦੇ ਜੀ 5 ਸਾਲ ਬਾਅਦ ਆਟੋਮੈਟਿਕ ਹੋ ਜਾਂਦਾ ਡਿਵੋਰਸ। ਆਟੋਮੈਟਿਕ ਲਫ਼ਜ਼ ਨੂੰ ਜਿੱਦਾਂ ਗੀਰਾਂ ਦੇ ਜਗ੍ਹਾ ਬੋਲਦੇ ਆ, ਤੇ ਇਹ ਬਹੁਤ ਕਹਿੰਦੇ ਜੀ ਆਟੋਮੈਟਿਕ ਹੋ ਜਾਂਦਾ। ਆਟੋਮੈਟਿਕ ਦਾ ਦੱਸ ਮੈਨੂੰ ਕਿੱਦਾਂ ਹੁੰਦਾ ਡਿਵੋਰਸ? ਆਟੋਮੈਟਿਕਲੀ ਨਹੀਂ ਹੁੰਦਾ ਹੈਗਾ, ਕੋਈ ਚੀਜ਼ ਆਟੋਮੈਟਿਕ ਕੋਈ ਚੀਜ਼ ਨਹੀਂ ਆਟੋਮੈਟਿਕਲੀ ਕਰਦੀ, ਤੁਹਾਨੂੰ ਕੋਰਟ ਵਿੱਚ ਪੇਸ਼ ਕਰਨੀ ਪੈਂਦੀ ਹੈ। ਕੋਰਟ ਵਿੱਚ ਕੇਸ ਕਰਨਾ ਪੈਂਦਾ ਤੁਹਾਨੂੰ? ਪੇਸ਼ ਕਰਨੇ ਪੈਂਦੇ ਪੇਪਰ ਕਿ ਤੁਹਾਡੇ 5 ਸਾਲ ਦੀ ਸੈਪਰੇਸ਼ਨ ਹੋਈ ਹੈ ਤੇ ਤੁਹਾਨੂੰ ਹੋਰ ਵੀ ਕਈ ਪ੍ਰੂਫ ਕਰਨੇ ਪੈਂਦੇ ਕਿ ਤੁਸੀਂ ਆਪਣੇ ਜੋ ਪਾਰਟਨਰ ਨੂੰ ਹੈਗਾ ਆ ਜਾਂ ਹਸਬੰਡ ਨੂੰ ਜਾਂ ਵਾਈਫ ਨੂੰ ਪੇਪਰ ਭੇਜੇ ਹੈਗੇ ਆ, ਪ੍ਰੂਵ ਕਰਨਾ ਪੈਂਦਾ ਕਿ ਉਹਨਾਂ ਨੂੰ ਮਿਲੇ ਹੋਏ ਆ, ਨੋਟਿਸ ਵਗੈਰਾ ਦੇਣਾ ਪੈਂਦਾ ਹੈਗਾ। ਫਿਰ ਵੀ ਤਕਰੀਬਨ 4 ਤੋਂ 6 ਮਹੀਨੇ ਲੱਗ ਹੀ ਜਾਂਦੇ ਆ ਸਾਰਾ ਕੇਸ ਖਤਮ ਹੋਣ ਵਾਸਤੇ। ਜਦੋਂ ਅਸੀਂ ਡਿਵੋਰਸ ਫਾਈਲ ਕਰਦੇ ਆ, ਰਾਈਟ, ਮੈਂ ਵਕੀਲ ਕੋ ਗਿਆ ਤਾਂ ਤੁਸੀਂ ਡਿਵੋਰਸ ਫਾਈਲ ਕਰ ਦਿੱਤਾ ਤੇ ਤੁਸੀਂ ਕੋਰਟ ਨੂੰ ਭੇਜ ਦਿੱਤਾ, ਫਿਰ ਉਹ ਕੋਰਟ ਕਾਗਜ਼ ਘੱਲਦੀ ਹੁੰਦੀ ਵਾਈਫ ਨੂੰ ਜਾਂ ਹਸਬੰਡ ਨੂੰ? ਤੁਹਾਡੀ ਮਰਜ਼ੀ ਹੈ, ਵਕੀਲ ਦੀ ਮਰਜ਼ੀ ਆ। ਜਾਂ ਤਾਂ ਜਿਹੜੇ ਪੇਪਰ ਆ ਜਾਂ ਤਾਂ ਤੁਸੀਂ ਕੋਰਟ ਆਟੋਮੈਟਿਕਲੀ ਭੇਜ ਸਕਦੀ ਹੈਗੀ ਆ, ਤੇ ਜੇ ਕੋਰਟ ਬਾਈ ਪੋਸਟ ਭੇਜ ਸਕਦੀ। ਦੂਸਰੀ ਗੱਲ ਹੈ ਜੇ ਤੁਹਾਨੂੰ ਪਤਾ ਨਹੀਂ ਹੈਗਾ ਕਿ ਕਿੱਥੇ ਆ ਪਰਸਨ, ਕਿੱਥੇ ਉਹਦੀ ਐਡਰੈਸ ਨਹੀਂ ਪਤਾ ਹੈਗਾ, ਫਿਰ ਤੁਸੀਂ ਪ੍ਰਾਈਵੇਟ ਇਨਵੈਸਟੀਗੇਟਰ ਦੇ ਥਰੂ ਵੀ ਭੇਜ ਸਕਦੇ ਆ ਪੇਪਰ। ਓਕੇ, ਤੇ ਜੇ ਹੁਣ ਮੈਨੂੰ ਪਤਾ ਹੀ ਨਹੀਂ ਕਿ ਉਹ ਕੁੜੀ ਮੁੰਡਾ ਕਿੱਥੇ ਆ, ਕਿਉਂਕਿ ਕਈਆਂ ਦੀ ਵਹੁਟੀਆਂ ਇੱਥੇ ਆ ਜਾਂਦੀਆਂ ਜਾਂ ਮੁੰਡੇ ਵੀ ਆਉਂਦੇ ਆ ਤਾਂ ਨੱਠ ਜਾਂਦੇ ਆ, ਤੇ ਖਾਸ ਤੌਰ ਤੇ ਇੰਡੀਆ ਵਾਲੇ ਉਹਨਾਂ ਕੋਲ ਬਹੁਤ ਖੂਬੀ ਆ ਨੱਠਣ ਦੀ, ਤਾਂ ਲੱਭਦੇ ਹੀ ਨਹੀਂ। ਉਹ ਕਦੇ ਮਾਸੀ ਦੇ ਲੋਕ ਜਾਂਦੇ, ਕਦੇ ਭੂਆ ਦੇ ਜਾ ਕੇ, ਜੋ ਲੱਭੇ ਹੀ ਨਾ ਮੈਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਆ, ਫਿਰ ਮੈਂ ਕੀ ਕਰੂੰ ਉਹਦੇ ਬਾਰੇ? ਉਸ ਵਾਸਤੇ ਵੀ ਜੋ ਵਕੀਲੀ ਤਰੀਕੇ ਹੈਗੇ ਆ ਡਿਵੋਰਸ ਪਾਸ ਕਰਨ ਵਾਸਤੇ, ਤੇ ਮੇਨ ਇਹ ਹੈਗਾ ਆ ਕਿ ਤੁਸੀਂ ਕਿਸੇ ਦੇ ਜਾਂ ਤਾਂ ਤੁਸੀਂ ਫੈਮਿਲੀ ਮੈਂਬਰ ਦੇ ਉੱਤੇ ਪੇਪਰ ਭੇਜ ਸਕਦੇ ਹੈਗੇ ਆ, ਤੇ ਜੇ ਫੈਮਿਲੀ ਮੈਂਬਰ ਦੇ ਥਰੂ ਭੇਜ ਸਕਦੇ ਹੈਗੇ, ਜਾਂ ਤਾਂ ਤੁਸੀਂ ਪਰਸਨਲੀ ਬਾਈ ਹੈਂਡ ਭੇਜ ਸਕਦੇ ਆ। ਜੇ ਤੁਹਾਨੂੰ ਨਹੀਂ ਪਤਾ ਹੈਗਾ ਕਿ ਪਰਸਨ ਕਿੱਥੇ ਆ, ਤੇ ਹੋਰ ਵੀ ਤਰੀਕੇ ਹੈਗੇ ਕੋਰਟ ਦੇ ਵਿੱਚ। ਤੁਸੀਂ ਕਈ ਇਨਕੁਆਇਰੀਆਂ ਬਣਾਉਣੀਆਂ ਪੈਂਦੀਆਂ ਹੈਗੀਆਂ, ਇਨਕੁਆਇਰੀਆਂ ਕਰਕੇ ਫਿਰ ਤੁਸੀਂ ਕੋਰਟ ਨੂੰ ਭੇਜ ਕਰ ਸਕਦੇ ਕਿ ਤੁਸੀਂ ਸਾਰੀਆਂ ਇਨਕੁਆਇਰੀਆਂ ਕਰ ਲਈਆਂ ਆ, ਤੇ ਉਹਨੂੰ ਕਹਿੰਦੇ ਹੈਗੇ ਡੀਮਡ ਸਰਵਿਸ। ਤੇ ਜੇ ਉਸ ਤਰੀਕੇ ਨਾਲ ਵੀ ਤੁਸੀਂ ਡਿਵੋਰਸ ਗਾਂ ਕਰ ਸਕਦੇ ਹੈਗੇ। ਇਹਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਬੰਦਾ ਲੱਭੇ, ਫਿਰ ਨਹੀਂ, ਜੇ ਨਹੀਂ ਲੱਭਦਾ ਫਿਰ ਠੀਕ ਹੈ, ਵਕੀਲ ਤੇ ਡਿਪੈਂਡ ਹੈ, ਵਕੀਲ ਗਾਂ ਅੱਗੇ ਕੇਸ ਭੇਜ ਸਕਦਾ, ਜ਼ੋਰ ਲਾਊਗਾ। ਹਾਂਜੀ, ਓਕੇ। ਹੁਣ ਉਹਦੀ ਜਿੱਦਾਂ ਸਵਾਲ ਵਾਲੀ ਗੱਲ ਜਿੱਦਾਂ ਕਹਿੰਦੇ ਆ ਕਿ ਹੁਣ ਹੱਕ ਕੀ ਹੁੰਦਾ ਇੱਕ ਦੂਜੇ ਨਾਲ? ਹੁਣ ਸਾਰਿਆਂ ਨੇ ਬੈਠਿਆਂ ਨੇ ਹੁਣ ਨੋਟ ਕਰ ਲੈਣਾ ਪੈਨ ਪੈਨਸਿਲ ਕੱਢ ਕੇ ਕਿ ਜੇ ਹੁਣ ਹਸਬੰਡ ਵਾਈਫ ਆ ਤਾਂ ਇਕੱਠੇ ਰਹੇ, ਚਲੋ 5 ਸਾਲ, ਉਸ ਤੋਂ ਬਾਅਦ ਡਿਵੋਰਸ ਹੁੰਦਾ, ਇੱਕ ਦੂਜੇ ਦੀ ਪ੍ਰਾਪਰਟੀ ਤੇ ਕੀ ਹੱਕ ਪੈਂਦਾ ਉਹਨਾਂ ਨੂੰ, ਕਿੱਦਾਂ ਨਹੀਂ, ਉਹਨੂੰ ਕੀ ਕੀ ਸੱਦਦੇ ਆ? ਇਦਾਂ ਹੈ ਕਿ ਜਦੋਂ ਇਸ ਕੰਟਰੀ ਦੇ ਵਿੱਚ ਜਦੋਂ ਡਿਵੋਰਸ ਹੁੰਦਾ ਹੈਗਾ ਆ, ਬਹੁਤ ਜ਼ਰੂਰੀ ਆ ਕਿ ਦੋਨੇ ਜੋ ਪਾਰਟੀਆਂ ਹੈਗੇ ਆ, ਜਾਂ ਤਾਂ ਉਹ ਆਪਸ ਵਿੱਚ ਹੀ ਸਮਝੌਤਾ ਕਰ ਲੈਣ ਕਿ ਜੋ ਪ੍ਰਾਪਰਟੀ ਤੇ ਹੱਕ ਆ ਕਿੱਦਾਂ ਡਿਵਾਈਡ ਹੋਣੀ ਹੈਗੀ, ਕਿਹਨੇ ਰਹਿਣਾ ਆ ਘਰ ਦੇ ਵਿੱਚ, ਜੋ ਬੈਂਕ ਅਕਾਊਂਟਾਂ ਦੇ ਵਿੱਚ ਪੈਸੇ ਆ ਉਹ ਕਿੱਦਾਂ ਸ਼ੇਅਰ ਹੋਣੇ ਆ। ਜੇ ਤੁਸੀਂ ਸਮਝੌਤੇ ਦਾ ਨਾਲ ਨਹੀਂ ਕੀਤਾ ਹੈਗਾ ਤੇ ਫਿਰ ਤੁਸੀਂ ਕੋਰਟ ਰਾਹੀਂ ਅਪਲਾਈ ਕਰ ਸਕਦੇ ਕਿ ਕੋਰਟ ਡਿਸਾਈਡ ਕਰੇ ਕਿ ਕਿਸ ਤਰੀਕੇ ਦੇ ਨਾਲ ਪ੍ਰਾਪਰਟੀ ਡਿਵਾਈਡ ਹੋਵੇ। ਇਸ ਕੰਟਰੀ ਦੇ ਵਿੱਚ ਇਹ ਆ ਕਿ ਕੈਲਕੂਲੇਟਰ ਦੇ ਹਿਸਾਬ ਨਾਲ ਨਹੀਂ ਹੈਗਾ ਕਿ ਤੁਸੀਂ ਨੰਬਰ ਪਾ ਦਿਓ ਕਿ ਬਾਹਰ, ਇਹ ਨਹੀਂ ਕਿ ਮੈਂ ਫਲਾਣੇ ਦੇ ਵਿਆਹ ਦੇ 20 ਪਾਉਂਡ ਪਾਏ ਸੀਗੇ ਤੇ ਪਾਏ ਨਹੀਂ, ਕਿ ਮੈਨੂੰ 20 ਪਾਉਂਡ ਮੁੜ ਕੇ ਚਾਹੀਦੇ ਹੁਣ, ਉਹ ਕੰਮ ਨਹੀਂ ਹੁੰਦਾ ਇੱਥੇ। ਕਾਫੀ ਕੰਪਲਿਕੇਟਡ ਆ ਜੋ ਇੱਥੇ ਕਿੱਦਾਂ ਚੱਲਦਾ ਸਿਸਟਮ, ਕਾਫੀ ਕੰਪਲਿਕੇਟਡ, ਕਾਫੀ ਕੇਸਿਸ ਕੋਰਟ ਵਿੱਚ ਪਹੁੰਚੇ ਹੈਗੇ ਆ। ਤੇ ਇਹ ਇਦਾਂ ਹੈ ਕਿ ਵਕੀਲ ਦੇ ਵਿੱਚ ਕੋਲ ਤੁਹਾਨੂੰ ਜਾ ਕੇ ਜੋ ਸਰਕਮਸਟੈਂਸਿਸ ਆ ਉਹ ਤੇ ਡਿਪੈਂਡ ਹੁੰਦਾ ਹੈ ਕਿ ਤੁਸੀਂ ਆਊਟਕਮ ਕੀ ਆ। ਤੁਹਾਨੂੰ ਇਹ ਨਹੀਂ ਕਿ ਮੈਂ ਦੱਸ ਨਹੀਂ ਸਕਦੀ ਕਿ ਇਸ ਕੇਸ ਦੇ ਵਿੱਚ 50-50 ਹੋਣਾ ਹੈ, ਜ਼ਰੂਰੀ ਨਹੀਂ ਹੈਗਾ ਕਿ 50-50 ਹੋਵੇ। ਕਈ ਲੋਕੀ ਸਮਝਦੇ ਆ ਕਿ ਬਸ ਹਾਫ ਇਕੁਅਲ ਹੋਣਾ ਹੈ, ਜੋ ਵੀ ਮਿਲਣਾ ਹਾਫ ਹੁੰਦਾ, ਇਹ ਇਦਾਂ ਨਹੀਂ ਹੁੰਦਾ। ਮੈਂ ਤੁਹਾਨੂੰ ਤਾਂ ਪੁੱਛਦਾ ਕਿਉਂਕਿ ਕਈ ਮੁੰਡੇ ਕੁੜੀਆਂ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਂਦੇ ਆ, ਚਲੋ ਇੱਥੇ ਦੀ ਕੁੜੀਆਂ ਜਿੱਦਾਂ ਮੁੰਡੇ ਆਉਂਦੇ ਆ ਤੇ ਕੁੜੀ ਦੇ ਨਾਂ ਘਰ ਹੁੰਦਾ ਤੇ ਮੁੰਡੇ ਕਿਸ਼ਤਾਂ ਦੇ ਕੇ ਮਰ ਜਾਂਦੇ ਆ, ਪਰ ਉਹਨਾਂ ਦੇ ਘਰ ਨਹੀਂ ਹੁੰਦਾ, ਉਹ ਕਿਸ਼ਤਾਂ ਦਿੰਦੇ ਆ। ਬੁੜੀਆਂ ਤੇ ਇੱਥੇ ਬਹਿ ਕੇ ਜਿੱਦਾਂ ਇੰਜੋਏ ਕਰਦੀਆਂ, ZTV ਦੇਖਦੀਆਂ ਜਾਂ MATV ਦੇਖਦੇ ਜੋ ਵੀ, ਤੇ ਮੁੰਡੇ ਵਿਚਾਰੇ ਦਿਹਾੜੀ, ਉਹਨਾਂ ਨੂੰ ਦਿਹਾੜੀ ਤੋਂ ਬਿਨਾਂ ਦਿੰਦਾ ਨਹੀਂ, ਪੈਸੇ ਉਹਨਾਂ ਦੇ ਲੱਗੇ ਹੁੰਦੇ ਆ, ਨੌ ਘਰ ਕੁੜੀ ਦੇ ਹੁੰਦਾ, ਤਾਂ ਬਾਅਦ ਚ ਪੁੱਛਦੇ ਹੁੰਦੇ ਭਾਜੀ ਸਾਡਾ ਹੱਕ ਕੁਛ ਬਣਦਾ ਆ ਜਾਂ ਨਹੀਂ ਪ੍ਰਾਪਰਟੀ ਤੇ, ਜਾਂ ਕਿੱਦਾਂ? ਇਹ ਮੈਂ ਵੀ ਦੇਖੀ ਪ੍ਰੋਬਲਮ, ਤੇ ਇਹ ਮੇਨ ਇਹ ਆ ਕਿ ਸਾਡੇ ਜਿਹੜੇ ਇੱਥੇ ਦੇ ਆਏ ਹੋਏ ਆ,
ਇਹ ਕੈਸ਼ ਯੂਜੂਲੀ ਪੇ ਕਰਦੇ ਹੈਗੇ ਕਿ ਜੋ ਪੇ ਕਰਨਾ ਕੈਸ਼ ਦੇ ਵਿੱਚ ਹਾਂ, ਵਿੱਚ ਆਪਣੇ ਕਰਨਾ। ਬੰਦੇ cash ਮੈਂ ਲੈ ਇਹੀ ਕਰਦੇ। ਐਡਵਾਈਸ ਕਰਦੀ ਕਿ ਜੋ ਵੀ ਤੁਸੀਂ ਪੇਮੈਂਟ ਬਰੋਣੀ ਆ ਚੈੱਕ ਰਾਹੀਂ ਪੇ ਕਰੋ ਜਾਂ ਆਪਣੇ bank ਰਾਹੀਂ। ਬੈਂਕ ਰਾਹੀਂ, ਕਿਉਂਕਿ ਪ੍ਰੂਫ ਬਣ ਜਾਂਦਾ ਹੈ ਕਿ ਤੁਸੀਂ ਕੰਟਰੀਬਿਊਸ਼ਨ ਇਹ ਪੇ ਕੀਤਾ ਆ। ਇੱਥੇ ਬੈਂਕ ਅਕਾਊਂਟ ਤੱਕ ਲਾਉਣ ਨਹੀਂ ਦਿੰਦੀਆਂ, ਪਹਿਲੀ ਤਾਂ ਗੱਲ ਇਹ ਆ। ਦੂਜੀ ਗੱਲ ਜਦੋਂ ਪੇ ਆਉਂਦੀ ਆ ਸਾਰੇ ਕੱਢ ਲੈਂਦੀਆਂ 5 ਪਾਉਂਡ ਦੇ ਦਿੰਦੀਆਂ ਸਿਗਰਟਾਂ ਦੀ ਡੱਬੀ ਲਈ, ਉਹ ਵੀ ਵਿਚਾਰਾ 5 ਪਾਉਂਡ ਪੂਰੇ ਹਫ਼ਤੇ ਨਾਲ ਕੱਟਦਾ। ਜਾਨੀ ਜੇ ਉਹਨੂੰ ਪੇ ਆਉਂਦੀ ਆ ਜਾਂ ਉਹਦੇ ਅਕਾਊਂਟ ਚੋਂ ਮੌਰਗੇਜ ਆਉਂਦੀ ਆ ਜਾਂ ਫਿਰ ਉਹ ਜਾਂ ਕਿਸ਼ਤ ਦੇਣੀ ਆ ਤਾਂ ਚੈੱਕ ਰਾਹੀਂ ਜਾਂ ਫਿਰ ਬੈਂਕ ਰਾਹੀਂ ਦੇਵੇ। ਪ੍ਰੂਫ ਹੋਵੇ ਕਿਸੇ ਤਰੀਕੇ ਨਾਲ, ਤੁਸੀਂ Proof ਹੋਵੇ। ਪ੍ਰੂਫ ਕਰੋ ਕਿ ਤੁਸੀਂ ਕੰਮ ਕੀਤਾ ਹੈ ਤੇ ਤੁਸੀਂ ਇਹ ਕੰਟਰੀਬਿਊਸ਼ਨ ਪੇ ਕੀਤੀ ਹੈਗੀ ਆ। ਹਾਂ। ਜੇ ਤੁਹਾਡੇ ਕੋਲ ਪ੍ਰੂਫ ਨਹੀਂ ਹੈਗਾ ਫਿਰ ਕੋਰਟ ਨੇ ਬਲੀਵ ਨਹੀਂ ਕਰਨਾ ਹੈ। ਅੱਛਾ, ਕਈਆਂ ਨੇ ਏਦਾਂ ਵੀ ਕੀਤਾ ਹੈ ਗੁਰਜੀਤ ਕਿ ਕਈਆਂ ਨੇ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਪੈਸੇ ਦਿੱਤੇ ਉਹ ਘਰ ਲੈਣ ਲਈ, ਤਾਂ ਉਹ ਘਰ ਲੈ ਲੈਂਦੀਆਂ ਆਪਣਾ ਡਿਪੋਜ਼ਿਟ ਸ਼ੋ ਕਰਕੇ, ਪੈਸੇ ਉਹਦੇ ਲੱਗੇ ਹੁੰਦੇ ਆ ਹਾਂਜੀ। ਤੇ ਉਹਦੇ ਵਿੱਚ ਕੋਈ ਹਿੱਸਾ ਨਹੀਂ ਹੁੰਦਾ, ਉਹਦੇ ਵਿੱਚ ਵੀ ਕੀ ਹੱਲ ਹੁੰਦਾ? ਇਹ ਹੁੰਦੇ ਆ ਕਿ ਇਹ ਵੀ ਕੇਸਿਸ ਕਾਫੀ ਕੰਪਲਿਕੇਟਡ ਹੋ ਜਾਂਦੇ ਆ। ਮੈਂ ਇਹੀ ਕਹਿੰਦੀ ਕਿ ਜੇ ਕਿਸੇ ਨੇ ਕੰਟਰੀਬਿਊਸ਼ਨ ਦਿੱਤਾ ਆ ਘਰ ਵਿੱਚ, ਪੈਸੇ ਪਾਏ ਆ, ਅਗੇਨ ਪ੍ਰੂਫ ਕਰਨ Proof ਤੇ ਚਾਹੀਦਾ। ਵਕੀਲ ਦੇ ਰਾਹੀਂ ਕਈ ਚੀਜ਼ਾਂ ਹੋ ਸਕਦੀਆਂ। ਡਾਕੂਮੈਂਟ ਵੀ ਤੁਸੀਂ ਡਰਾਫਟ ਕਰ ਸਕਦੇ ਹੋ, ਉਹਨਾਂ ਦੇ ਹੁੰਦੇ ਅਗਰੀਮੈਂਟ ਹੁੰਦੇ, ਟਰਸਟ ਡੀਡਾਂ ਹੁੰਦੀਆਂ ਆ। ਹਾਂ। ਤਾਂ ਉਹਦੇ ਵਿੱਚ ਫਿਰ ਰਿਕਾਰਡ ਕਰ ਲਈਦਾ ਹੈ ਕਿ ਜਦੋਂ ਇਹ ਘਰ ਵਿਕਿਆ ਤੇ ਇਹਦੇ ਵਿੱਚੋਂ ਉਸ ਬੰਦੇ ਨੂੰ ਕਿੰਨੇ ਪੈਸੇ ਮਿਲਨੇ ਆ, ਕਿਉਂਕਿ ਜੇ ਨਹੀਂ ਮਿਲਨੇ ਫਿਰ ਜੱਜ ਨੇ ਡਿਸਾਈਡ ਕਰਨਾ ਕਿ ਗਿਫਟ ਆ ਜਾਂ ਇਹ ਇਹਦੇ ਵਿੱਚ ਇਹਦਾ ਬੰਦੇ ਦਾ ਹੱਕ ਹੁੰਦਾ। ਕਿਉਂਕਿ ਇਦਾਂ ਕਈ ਹੁੰਦਾ ਕਿ ਮਾਂ-ਬਾਪ ਜੋ ਹੁੰਦੇ ਆ ਉਹ ਮੁੰਡਾ ਕੁੜੀ ਨੂੰ ਪੈਸੇ ਦੇ ਦਿੰਦੇ ਕਿ ਤੁਸੀਂ ਬਈ ਆਪਣਾ ਘਰ ਲੈ ਹਾਂ ਲਓ। ਹਾਂ ਬਿਲਕੁਲ ਪਰ ਜੱਜ ਨੇ ਫਿਰ ਇਹ ਡਿਸਾਈਡ ਕਰਨਾ ਕਿ ਗਿਫਟ ਸੀਗਾ ਜਾਂ ਇਹ ਲੋਨ ਸੀਗਾ ਰਾਈਟ। ਜਾਂ ਉਹਨਾਂ ਦੇ ਕੋਈ ਇਸ ਘਰ ਦੇ ਵਿੱਚ ਕੋਈ ਹੱਕ ਆ। ਤੇ ਬੈਟਰ ਇਹ ਹੁੰਦਾ ਕਿ ਤੁਸੀਂ ਵਕੀਲ ਰਾਹੀਂ ਸਾਰਾ ਕੁਝ ਕਰੋ ਜੋ ਵੀ ਹੈਗੇ ਪੇਪਰ ਵਰਕ, ਕਿਉਂਕਿ ਜੱਜ ਨੇ ਦੇਖਣਾ ਹੈਗਾ ਇੰਟੈਂਸ਼ਨਸ ਕੀ ਸੀ, ਇਹਨਾਂ ਦਾ ਖਿਆਲ ਕੀ ਸੀ ਜਦੋਂ ਮਾਂ-ਬਾਪ ਨੇ ਜਾਂ ਕਿਸੇ ਹੋਰ ਨੇ ਪੈਸੇ ਦਿੱਤੇ ਤੇ ਉਹਨਾਂ ਦਾ ਖਿਆਲ ਕੀ ਸੀਗਾ। ਦੇਖੋ ਜੀ ਜਦੋਂ ਡਿਵੋਰਸ ਸ਼ੁਰੂ ਹੁੰਦਾ ਨਾ ਫਿਰ ਆਪਣੇ ਬੰਦੇ ਘਰ ਆਪਣੇ ਮੰਮੀ ਡੈਡੀ ਦੇ ਨਾਂ ਲੱਗ ਜਾਂਦੇ ਆ ਜਾਂ ਵੇਚਣ ਲੱਗ ਜਾਂਦੇ ਆ। ਇਹਦਾ ਕੋਈ ਹੱਲ ਹੈਗਾ ਕਿ ਇਹਨੂੰ ਸਟਾਪ ਕੀਤਾ ਜਾ ਸਕਦਾ ਜਾਂ ਕਿੱਦਾਂ, ਜਾਂ ਉਸ ਵੇਲੇ ਜਾਂ ਫਿਰ ਜੱਜ ਦੇਖਦਾ ਹੁੰਦਾ ਕਿ ਇਹਨਾਂ ਦੀ ਹਰਕਤ ਇਦਾਂ ਕਿ ਇਹਨਾਂ ਨੇ ਤਾਂ ਵੇਚ ਦਿੱਤਾ, ਹੋਰ ਨਾ ਜਦ ਤੱਕ ਕੇਸ ਆਵੇ ਤੇ ਜਦ ਤੱਕ ਖਾਲੀ ਪੀਪੇ ਹੋਣ ਅਗਲੇ ਸਾਡੇ ਕੋਲ ਤਾਂ ਹੈ ਨਹੀਂ ਭਾਈ। ਇਹ ਮੇਰੇ ਐਕਸਪੀਰੀਅੰਸ ਦੇ ਵਿੱਚ ਇਹ ਕਾਫੀ ਸਾਡੀ ਕਮਿਊਨਿਟੀ ਦੇ ਵਿੱਚ ਕੰਮ ਹੋ ਜਾਂਦਾ ਹੈ। ਹਾਂਜੀ, ਕਿਉਂਕਿ ਬੇਈਮਾਨੀ ਚ ਤਾਂ ਸਾਡੀ ਕਮਿਊਨਿਟੀ ਕਾਫੀ ਅੱਗੇ ਆ। ਇਹ ਨਹੀਂ ਮੈਂ ਕਹਿੰਦੀ ਕਿ ਬੇਈਮਾਨ ਹੈ, ਮਤਲਬ ਕਿ ਬੇਈਮਾਨੀ ਹੋਈ ਕਿ ਮਤਲਬ ਹਸਬੰਡ ਜਾਂ ਵਾਈਫ ਟਰਾਈ ਕਰਦੇ ਹੈ ਕਿ ਅਸੀਂ ਪ੍ਰਾਪਰਟੀਆਂ ਚਲੋ ਕਿਸੇ ਹੋਰ ਦੇ ਨਾਂ ਕਰ ਦਈਏ ਕਿਉਂਕਿ ਸਾਡਾ ਹੁਣ ਡਿਵੋਰਸ ਹੁੰਦਾ ਹੈ, ਅਗਲੇ ਨੂੰ ਹੱਕ ਨਾ ਮਿਲੇ। ਪਰ ਇਦਾਂ ਹੈ ਕਿ ਇਸ ਕੰਟਰੀ ਦੇ ਵਿੱਚ ਲਾਅ ਦੇ ਹਿਸਾਬ ਨਾਲ ਤੁਸੀਂ ਜਿਹੜੀ ਜੇ ਤੁਸੀਂ ਇਦਾਂ ਕੀਤਾ ਆ ਕੋਰਟ ਲਾਈਕ ਨਹੀਂ ਕਰਦੇ ਹੈਗੇ। ਦੂਸਰੀ ਗੱਲ ਹੈ ਉਹ ਕੋਰਟ ਜਿਹੜਾ ਹੈਗਾ ਉਹ ਅਨਡੂ ਕਰ ਸਕਦੇ ਆ, ਉਹ ਇੰਜੰਕਸ਼ਨ ਲੈ ਸਕਦੇ ਆ, ਉਹ ਸਾਰਾ ਵੇਚਿਆ ਕੰਮ ਉਲਟਾ ਕਰ ਸਕਦੇ ਜਿੱਦਾਂ ਜੇ ਤਾਂ ਤੁਸੀਂ ਆਪਣੇ ਭਰਾ ਦੇ ਨਾਂ ਪ੍ਰਾਪਰਟੀ ਲਾ ਲਓ ਤਾਂ ਈਜ਼ੀਲੀ ਆਪ ਭਰਾ ਨੂੰ ਵੀ ਇਨਵੋਲਵ ਕਰੋਗੇ, ਭਰਾ ਤੋਂ ਵੀ ਉਹਨਾਂ ਨੇ ਲੀਗਲ ਖਰਚੇ ਲੈਣੇ ਆ ਤਾਂ ਭਰਾ ਨੂੰ ਵੀ ਕਹੋਗੇ ਤੁਸੀਂ ਵਾਪਸ ਹਸਬੰਡ ਨੂੰ ਪੈਸੇ ਪ੍ਰਾਪਰਟੀ ਦਿਓ ਕਿਉਂਕਿ ਫਿਰ ਵਾਈਫ ਉਹਦੇ ਵਿੱਚ ਹੱਕ ਲਊਗੀ। ਇਸ ਕਰਕੇ ਮੈਂ ਐਡਵਾਈਸ ਇਹ ਦਊਂਗੀ ਕਿ ਇਦਾਂ ਤੁਸੀਂ ਨਾ ਕਰੋ, ਵਕੀਲ ਦਾ ਐਡਵਾਈਸ ਲਵੋ ਕਿਉਂਕਿ ਇਹ ਪ੍ਰੋਬਲਮ ਪੈਂਦੀ, ਕਾਫੀ ਵਕੀਲੀ ਖਰਚੇ ਹੁੰਦੇ ਆ ਇਸ ਕਦਮ ਦੇ ਵਿੱਚ ਤੇ ਸੋਚ ਕੇ ਇਹ ਕਦਮ ਕਰੋ, ਵਕੀਲ ਦਾ ਐਡਵਾਈਸ ਲੈ ਕੇ ਕਰੋ। ਗੁਰਜੀਤ ਇੱਕ ਹੋਰ ਗੱਲ ਆ ਕਿ ਆਪਣੇ ਜਿਹੜੇ ਕਈ ਔਰਤਾਂ ਹੈਗੀਆਂ ਸਾਡੇ ਘਰਾਂ 'ਚ ਰਾਈਟ ਜ਼ਮੀਨ ਵਗੈਰਾ ਪ੍ਰਾਪਰਟੀ ਨਹੀਂ ਹੁੰਦੀ ਬੰਦੇ ਦੇ ਨਾਂ, ਬੰਦੇ ਦੇ ਨਾਂ ਹੁੰਦੀ ਹੈ, ਔਰਤਾਂ ਦੇ ਨਾਂ ਬਹੁਤ ਘੱਟ ਹੁੰਦੀ। ਤੁਹਾਨੂੰ ਪਤਾ ਸਾਡਾ ਸਮਾਂ ਅਸੀਂ ਕਿ ਮੁੰਡਿਆਂ ਦੇ ਨਾਂ ਕਰਨਾ, ਕੁੜੀਆਂ ਦੇ ਨਾਂ ਕੁਛ ਕਰੀਦਾ ਹੀ ਨਹੀਂ ਹੁੰਦਾ। ਉਹ ਕੁੜੀ ਭਾਵੇਂ ਵਿਚਾਰੀ 20 ਸਾਲ ਹੋ ਗਏ ਟਿੱਲ ਤੇ ਲੱਗੀ 299 ਕਰਦੀ ਉਹਨੂੰ ਭਾਵੇਂ 20 ਸਾਲ ਹੋ ਗਏ ਦਵਾਨੀ ਉਹ ਲਈ ਨਾ ਹੋਵੇ, ਸਾਰਾ ਬਣਾ ਕੇ ਦਿੱਤਾ ਹੋਵੇ, ਪਰ ਫਿਰ ਵੀ ਬਾਅਦ ਚ ਬੰਦੇ ਵਾਲੇ ਕੱਢ ਕੇ ਉਹਨੂੰ ਕਹਿੰਦੇ ਕਿ ਤੇਰਾ ਤਾਂ ਹੈ ਨਹੀਂ ਸਾਡਾ ਆ ਜੀ ਸਾਰਾ। ਇਹਦੇ ਵਿੱਚ ਵੀ ਕੁਛ ਹੱਲ ਹੋ ਸਕਦਾ ਕਿ ਜਿਹੜਾ ਹੁਣ ਕੰਮ ਕੀਤਾ ਜਾਂ ਬਿਜ਼ਨਸ ਨੂੰ ਵਧਾਇਆ ਜਾਂ ਬਣਾਇਆ ਜਾਂ ਘਰ ਨੂੰ ਬਣਾਇਆ ਜਾਂ ਵਧਾਇਆ ਉਹਦੇ ਵਿੱਚ ਵੀ ਕੋਈ ਉਹਨਾਂ ਨੂੰ ਪੈਦਾ ਕੁਛ। ਅਗੇਨ ਜਦੋਂ ਤੁਸੀਂ ਡਿਵੋਰਸ ਕਰੋ ਤੇ ਜੱਜ ਨੇ ਇਹ ਨਹੀਂ ਦੇਖਣਾ ਕਿ ਪ੍ਰਾਪਰਟੀ ਸਿਰਫ ਹਸਬੰਡ ਦੇ ਨਾਂ ਆ ਜਾਂ ਕੱਲੀ ਵਾਈਫ ਦੇ ਨਾਂ ਆ। ਜੇ ਸਾਰਾ ਕੁਝ ਹਸਬੰਡ ਦੇ ਨਾਂ ਹੀ ਹੈਗਾ ਆ, ਵਾਈਫ ਤੇ ਆਟੋਮੈਟਿਕ ਹੱਕ ਹੋ ਜਾਂਦੇ ਉਹਦੇ ਉੱਤੇ, ਆਟੋਮੈਟਿਕ ਤੁਸੀਂ ਕਲੇਮ ਕਰ ਸਕਦੇ ਆ ਜੋ ਵੀ ਹਸਬੰਡ ਦੇ ਨਾਂ ਹੈਗਾ ਆ। ਵਾਈਫ ਕਲੇਮ ਕਰ ਸਕਦੀ ਭਾਵੇਂ ਟਿਲ ਤੇ ਕੰਮ ਕਰਦੀ ਹੋਊਗੀ, ਮਿਲੇ ਜਾਂ ਨਹੀਂ ਉਹ ਵੱਖਰੀ ਗੱਲ ਹੈ ਪਰ ਕਲੇਮ ਤਾਂ ਕਰ ਸਕਦੀ, ਕਲੇਮ ਕਰ ਸਕਦੀ ਹੈ। ਅੱਛਾ, ਤੇ ਇਦਾਂ ਆ ਕਿ ਜੋ ਵੀ ਹਸਬੰਡ ਦੇ ਨਾਂ ਹੈਗਾ ਆ ਉਹ ਸਾਰਾ ਡਿਕਲੇਅਰ ਕਰਨਾ ਪੈਂਦਾ ਹੈ ਤੇ ਵਾਈਫ ਪਤਾ ਵੀ ਕਰ ਸਕਦੀ ਕਿ ਜੋ ਸਾਰਾ ਕੁਝ ਜੋ ਵੀ ਹਸਬੰਡ ਦੇ ਨਾਂ ਹੈ ਸਾਰਾ ਕੁਝ ਡਿਕਲੇਅਰ ਕਰਨਾ ਪੈਂਦਾ ਹੈ। ਤੇ ਜ਼ਰੂਰ ਕਈ ਲੋਕ ਤਾਂ ਲੁਕਾਉਂਦੇ ਆ ਛਪਾਉਂਦੇ ਆ, ਉਹਦਾ ਪਤਾ ਲੱਗ ਜਾਂਦਾ ਜਿਹੜੇ ਲੁਕਾਉਂਦੇ ਛਪਾਉਂਦੇ। ਇਦਾਂ ਆ ਕਿ ਪਹਿਲੀ ਤਾਂ ਗੱਲ ਆ ਜੇ ਤੁਸੀਂ ਲੁਕਾਓਗੇ ਤੁਹਾਨੂੰ ਫਾਈਨ ਵੀ ਹੋ ਸਕਦੀ ਆ, ਪ੍ਰਿਜ਼ਨ ਵੀ ਹੋ ਸਕਦੀ ਆ, ਜੱਜ ਨੇ ਗਾਲਾਂ ਕੱਢਣੀਆਂ ਹੋਏਗਾ ਜ਼ਰੂਰ। ਤੇ ਕਾਫੀ ਸੀਰੀਅਸ ਵਕੀਲ ਦੇ ਖਰਚੇ ਵੀ ਪੈ ਸਕਦੇ ਤੁਹਾਡੇ ਤੇ। ਦੂਸਰੀ ਗੱਲ ਜੇ ਵਾਈਫ ਨੂੰ ਸ਼ੱਕ ਆ ਕਿ ਜਾਂ ਹਸਬੰਡ ਨੇ ਲੁਕੋਏ ਆ ਜਾਂ ਕਿਸੇ ਹੋਰ ਨੇ ਲੁਕੋਏ ਆ ਤੇ ਉਹ ਇਨਵੈਸਟੀਗੇਸ਼ਨ ਦੇ ਥਰੂ ਵੀ ਪਤਾ ਕਰ ਸਕਦਾ ਕਿ ਉਹਦੇ ਕੀ ਅਕਾਊਂਟ ਹੈਗੇ ਆ, ਤਰੀਕੇ ਹੈਗੇ ਆ ਅਥਾਰਟੀ ਦੇ ਵਿੱਚ ਲੀਗਲੀ ਤੁਸੀਂ ਪਤਾ ਕਰ ਸਕਦੇ ਆ। ਅੱਛਾ, ਕਈ ਇਦਾਂ ਹੁੰਦੇ ਆ ਕਿ ਮੁੰਡੇ ਆਉਂਦੇ ਆ ਇੰਡੀਆ ਤੋਂ ਕੁੜੀਆਂ ਨਾਲ 2 ਸਾਲ ਕਰਕੇ ਵਿਆਹ ਛੱਡ ਦਿੰਦੇ ਆ ਰਾਈਟ,
ਤਾਂ ਆਪਣਾ ਸੋਚਦੇ ਕਿ ਚਲੋ ਜੀ ਹੁਣ ਅਸੀਂ ਜੀਤੋ ਹੋਣਾ ਨੂੰ ਜਾਂ ਪ੍ਰੀਤੋ ਹੋਣਾ ਨੂੰ ਵਿਆਹ ਕੇ ਲੈ ਕੇ ਆਉਨੇ ਆ 18 ਸਾਲ ਦੀ ਨਾਲ, ਪਰ ਉਹਨਾਂ ਕੋਲ ਜ਼ਮੀਨਾਂ ਹੁੰਦੀਆਂ, ਇੱਥੇ ਕੱਖ ਨਹੀਂ ਹੁੰਦਾ, ਪਰ ਇੰਡੀਆ ਜ਼ਮੀਨਾਂ ਹੁੰਦੀਆਂ, ਉਹਨਾਂ ਤੇ ਵੀ ਕਲੇਮ ਪੈ ਸਕਦਾ ਜ਼ਮੀਨਾਂ ਤੇ ਜਿਹੜੀ ਇੰਡੀਆ। ਜ਼ਰੂਰ, ਵਾਈਫ ਜਿਹੜੀ ਹੈਗੀ ਆ ਜੋ ਸਾਡਾ ਅਗੇਨ ਜੋ ਸਾਡਾ ਮੈਟਰੀਮੋਨੀਅਲ ਕੋਜ਼ਸ ਐਕਟ ਆ ਜੋ ਡੀਲ ਕਰਦਾ ਹੈਗਾ ਜਦੋਂ ਡਿਵੋਰਸ ਹੁੰਦੇ ਆ, ਤੇ ਉਹਦੇ ਵਿੱਚ ਹਸਬੰਡ ਨੂੰ ਸਾਰਾ ਕੁਝ ਡਿਕਲੇਅਰ ਕਰਨਾ ਪੈਂਦਾ, ਇੱਥੇ ਵੀ ਤੇ ਈਵਨ ਇੰਡੀਆ ਵਾਲੀ ਜ਼ਮੀਨ ਵੀ, ਇੰਡੀਆ ਦੇ ਵਿੱਚ ਵੀ, ਕਿ ਸਾਡੀ ਜ਼ਮੀਨ ਕਿੰਨੀ ਆ, ਉਥੋਂ ਫਿਰ ਅਸੀਂ ਫਰਦ ਸਾਨੂੰ ਕਢਾ ਸਕਦੇ ਆ, ਉਹ ਤਾਂ ਕਢਾ ਹੋ ਜਾਂਦੀ ਹੈ ਹਾਂਜੀ। ਤੇ ਅੱਜ ਕੱਲ ਵੈਲਿਊ ਵੀ ਪਾਉਂਦੇ, ਕਿਉਂਕਿ ਅੱਜ ਕੱਲ ਇੰਡੀਆ ਦੇ ਵਿੱਚ ਪ੍ਰਾਪਰਟੀਆਂ ਦੀ ਵੈਲਿਊ ਕਾਫੀ ਹਾਈ ਹੋ ਗਈ ਹਾਂ ਬਿਲਕੁਲ, ਤੇ ਅਸੀਂ ਐਕਸਪਰਟ ਰਾਹੀਂ ਅਸੀਂ ਵੈਲਿਊ ਪਾਉਂਗੇ ਤੇ ਜੱਜ ਨੂੰ ਦੱਸੂਗੇ ਕਿ ਆਹ ਵੈਲਿਊ ਆ ਪ੍ਰਾਪਰਟੀ, ਇਹਦੇ ਨਾਂ ਆ ਜ਼ਮੀਨ ਆ, ਕਿ ਸਾਨੂੰ ਇਹਦਾ ਹਿੱਸਾ ਵੀ ਚਾਹੀਦਾ। ਇਦਾਂ ਹੈ ਕਿ ਅਸੀਂ ਇਹ ਕਹੋਗੇ ਕਿ ਜੱਜ ਨੂੰ ਕਿ ਆਹ ਚੀਜ਼ ਉਹਦੇ ਕੋਲ ਹੈਗੀ ਆ, ਇਸ ਕਰਕੇ ਸਾਨੂੰ ਇੱਥੇ ਜ਼ਿਆਦਾ ਚਾਹੀਦਾ ਆ, ਜਾਂ ਅਸੀਂ ਇੱਥੇ ਕਲੇਮ ਜ਼ਿਆਦਾ ਕਰੂਗੇ, ਜਾਂ ਇਹ ਸਾਨੂੰ ਇੰਨੇ ਪੈਸੇ ਦੇਵੇ, ਇੱਥੇ ਦੇ ਦੇਵੇ, ਕਿਉਂਕਿ ਇਹਦੇ ਕੋਲ ਆਲਰੇਡੀ ਹੈਗਾ ਆ। ਤਾਂ ਅਗੇਨ ਇਹ ਦੇ ਵਿੱਚ ਕੋਈ ਕੈਲਕੂਲੇਟਰ ਦੇ ਹਿਸਾਬ ਨਾਲ ਨਹੀਂ ਹੈਗਾ, ਇਟ ਡਿਪੈਂਡ ਆ ਕਈ ਫੈਕਟਰਸ ਦੇ ਉੱਤੇ, ਕਿ ਮੈਰਿਜ ਕਿੰਨੀ ਲੈਂਥ ਦੀ ਹੈਗੀ ਆ, ਬੱਚੇ ਕਿੰਨੇ ਆ, ਤੇ ਇਹਨਾਂ ਦੀ ਇਨਕਮ ਕਿੰਨੀ ਆ, ਕਈ ਫੈਕਟਰਸ ਤੇ ਡਿਪੈਂਡ ਹੁੰਦਾ ਕਿ ਕੇਸ ਦੇ ਵਿੱਚ ਹੱਕ ਕੀ ਹੈਗੇ ਆ। ਨਹੀਂ ਪਰ ਇਦਾਂ ਡਿਕਲੇਅਰ ਕਰਨਾ ਪੈਂਦਾ, ਜੇ ਨਿਆਣੇ ਹੋਣ ਤਾਂ ਉਹਦਾ ਫਰਕ ਪੈਂਦਾ ਜ਼ਿਆਦਾ ਜਨੇ, ਜ਼ਰੂਰ ਪੈਂਦਾ। ਕਿ ਜੇ ਫਰਜ਼ ਕਰੋ ਕਿ ਹਸਬੰਡ ਵਾਈਫ ਆ ਤੇ 3 ਨਿਆਣੇ ਆ, ਤਾਂ ਫਿਰ ਵੀ ਛੱਡ ਜਾਂਦਾ 3 ਨਿਆਣਿਆਂ ਬਾਅਦ, ਨਿਆਣੇ ਸਾਰੇ 18 ਤੋਂ ਥੱਲੇ ਆ, ਕੀ ਜ਼ਿੰਮੇਵਾਰੀਆਂ ਆ ਹਸਬੰਡ ਦੀਆਂ ਉਸ ਬੱਚਿਆਂ ਉੱਤੇ? ਪਹਿਲੀ ਤਾਂ ਗੱਲ ਹੈ ਫਾਈਨੈਂਸ਼ਲੀ ਜੋ ਹੈਗਾ ਆ ਉਹ ਖਰਚਾ ਹੁੰਦਾ ਆ, ਤੇ ਖਰਚਾ ਦੇਣਾ ਪੈਂਦਾ ਆ, ਤੇ ਉਹ ਚਾਈਲਡ ਸਪੋਰਟ ਏਜੰਸੀ, ਉਹ ਕੋਰਟ ਰਾਹੀਂ ਨਹੀਂ ਹੈਗਾ, ਉਹ ਚਾਈਲਡ ਸਪੋਰਟ ਏਜੰਸੀ ਦੇ ਰਾਹੀਂ ਆ। ਉਹ ਕੌਣ ਹੈ ਚਾਈਲਡ ਸਪੋਰਟ? ਉਹ ਗਵਰਨਮੈਂਟ ਦੀ ਏਜੰਸੀ, ਤੇ ਉਹ ਫਿਕਸ ਕੈਲਕੂਲੇਸ਼ਨ ਹੁੰਦਾ, ਜੇ ਬੱਚਾ ਮਤਲਬ ਇੱਕ ਬੱਚਾ ਹੋਵੇ ਤਾਂ 15% ਦੇਣੀ ਪੈਂਦੀ ਆਪਣੀ ਇਨਕਮ, ਉਹ ਰਕਮ ਕੱਢਦੇ ਮਤਲਬ ਮਗਰ ਜਾਂਦੇ ਤੁਹਾਡੇ? ਹਾਂਜੀ, ਉਹ ਦਿੰਦੇ ਆ। ਇਦਾਂ ਹੈ ਕਿ ਜੇ ਤਾਂ ਇਨਫ ਨਹੀਂ ਹੈਗਾ ਤੇ ਵਾਈਫ ਡਿਵੋਰਸ ਦੇ ਰਾਹੀਂ ਵੀ ਜ਼ਿਆਦਾ ਖਰਚਾ ਮੰਗ ਸਕਦੀ ਹੈ, ਕਿਉਂਕਿ ਦੇਖੋ ਉਹਨਾਂ ਨੇ ਨਰਸਰੀ ਦੀ ਫੀਸ ਪੇ ਕਰਨੇ ਹੁੰਦੇ, ਖਾਣਾ ਪੇ ਕਰਨਾ, ਪਾਲਣਾ ਖਿਲਾਉਣਾ ਪਿਲਾਉਣਾ ਨੂੰ, ਤੇ ਇਸ ਕਰਕੇ ਰਿਸਪੌਂਸਿਬਿਲਟੀ ਉਹ ਜੋ ਹੈਗੀ ਆ ਉਹ ਕੋਰਟ ਕਹੂਗੀ ਕਿ ਇੱਕ ਜ਼ਿਆਦਾ ਸਮਝੌਤੇ ਨਾ ਕਰੋ, ਜੇ ਸਮਝੌਤੇ ਦੇ ਰਾਹੀਂ ਨਹੀਂ ਤਾਂ ਕੋਰਟ ਵੀ ਇੰਟਰਵੀਨ ਕਰ ਸਕਦੀ ਹੈਗੀ। ਹੁਣ ਦੂਜੇ ਪਾਸੇ ਦੇਖੋ ਕਈ ਡਿਵੋਰਸ ਹੋ ਜਾਂਦੇ ਆ ਤੇ ਬੁੜੀਆਂ ਨਿਆਣੇ ਰੱਖ ਲੈਂਦੀਆਂ, ਤਾਂ ਫਿਰ ਬੰਦਿਆਂ ਨੂੰ ਦੇਖਣ ਵੀ ਨਹੀਂ ਦਿੰਦੇ ਨਿਆਣਿਆਂ ਨੂੰ। ਜਿਹੜਾ ਫਰਜ਼ ਕਰੋ ਕਿ ਮੇਰੀ ਵਾਈਫ ਮੈਨੂੰ ਮੇਰੇ ਨਿਆਣਿਆਂ ਨੂੰ ਦੇਖਣ ਨਹੀਂ ਦਿੰਦੀ, ਜਾਂ ਬਹਾਨੇ ਬਣਾਉਂਦੇ ਤੂੰ ਨਹੀਂ ਦੇਖ ਸਕਦਾ, ਜਾਂ ਆਪਣੇ ਜਦੋਂ ਹਸਬੰਡ ਵਾਈਫ ਲੜਦੇ ਆ ਨਾ ਤਾਂ ਨਿਆਣਿਆਂ ਨੂੰ ਇੱਕ ਹਥਿਆਰ ਬਣਾ ਲੈਂਦੇ ਆ, ਉਹਨੂੰ ਇੱਕ ਵੈਪਨ ਬਣਾ ਲੈਂਦੇ ਆ ਕਿ ਅਸੀਂ ਇੱਕ ਦੂਜੇ ਨੂੰ ਜਾਲਣਾ, ਇਹ ਨਹੀਂ ਦੇਖਣੀ ਕਿ ਨਿਆਣੇ ਦੇ ਭਲਾਈ 'ਚ ਕੀ ਆ, ਕਿ ਉਹ ਵੀ ਆਪਣੇ ਡੈਡੀ ਨੂੰ ਮਿਲਣਾ ਚਾਹੁੰਦਾ, ਬਸ ਤੂੰ ਨਹੀਂ। ਉਹ ਇੰਨਾ ਨਿਆਣੇ ਦੇ ਕੰਨ ਭਰ ਦਿੰਦੇ ਵਿਚਾਰੇ ਦੇ, ਉਹ ਏਦਾਂ ਹੀ ਸੋਚਦਾ ਰਹਿੰਦਾ ਕਿ ਮੇਰਾ ਡੈਡੀ ਕਸੂਰਵਾਰ ਜਾਂ ਮੇਰੀ ਮੰਮੀ ਕਸੂਰਵਾਰ ਆ, ਜੋ ਵੀ ਹੈ। ਜਿਹੜਾ ਕੋਈ ਏਦਾਂ ਦਾ ਬੰਦਾ ਜਾਂ ਮਦਰ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਆ ਜਾਂ ਚਾਹੁੰਦਾ ਆ, ਉਹ ਮਿਲ ਸਕਦਾ? ਬਿਲਕੁਲ। ਪਹਿਲੀ ਤਾਂ ਗੱਲ ਮੈਂ ਇਹ ਕਹਿੰਦੀ ਆ ਕਿ ਜੇ ਤਾਂ ਤੁਹਾਡੀ ਸੈਪਰੇਸ਼ਨ ਹੋਈ ਆ ਤੇ ਇਹ ਬਹੁਤ ਹੀ ਗਲਤ ਆ ਕਿ ਤੁਸੀਂ ਨਿਆਣਿਆਂ ਨੂੰ ਟੂਲ ਬਣਾਓ, ਜਿੱਦਾਂ ਤੁਸੀਂ ਕਹਿੰਦੇ ਹਥਿਆਰ ਬਣਾਓ। ਬਿਲਕੁਲ ਗਲਤ ਆ, ਕਿਉਂਕਿ ਨਿਆਣਿਆਂ ਤੇ ਬਹੁਤ ਹੁਣ ਨਹੀਂ ਅਸਰ ਪਊਗਾ, ਪਰ ਜਦੋਂ ਨਿਆਣੇ ਵੱਡੇ ਹੋ ਗਏ ਉਹਨਾਂ ਤੇ ਜ਼ਰੂਰ ਅਸਰ ਹੋਊਗਾ। ਸਟੱਡੀਜ਼ ਵੀ ਕੀਤੇ ਹੋਏ ਆ, ਨਿਆਣਿਆਂ ਤੇ ਬਹੁਤ ਭੈੜਾ ਅਸਰ ਹੁੰਦਾ ਜੇ ਤੁਸੀਂ ਨਿਆਣਿਆਂ ਨੂੰ ਵਿੱਚ ਇਨਵੋਲਵ ਕਰੋ। ਮੇਨ ਚੀਜ਼ ਇਹ ਹੈ ਕਿ ਇੱਥੇ ਨਿਆਣਿਆਂ ਦਾ ਹੱਕ ਇਹ ਨਹੀਂ ਕਿ ਮਾਂ-ਬਾਪ ਦਾ ਹੱਕ ਆ, ਨਿਆਣਿਆਂ ਦਾ ਹੱਕ ਹੈ ਕਿ ਦੋਨੇ ਮਾਂ-ਬਾਪ ਨੂੰ ਜਾਣਨ, ਦੋਨੇ ਮਾਂ-ਬਾਪ ਦੇ ਨਾਲ ਰਿਲੇਸ਼ਨਸ਼ਿਪ ਕਰਨ। ਨਿਆਣਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਵਿਚਾਰੇ ਨੂੰ, ਉਹਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਇਦਾਂ ਹੈ ਕਿ ਜੇ ਨਿਆਣੇ ਵੱਡੇ ਹੈਗੇ ਆ ਤਾਂ ਪੁੱਛੂਗੇ, ਕੋਰਟ ਦੇ ਜੋ ਆਫੀਸਰ ਹੁੰਦੇ ਆ, ਜਿਹੜੇ ਜੱਜ ਦੇ ਜੋ ਕੰਨ ਆ, ਜੋ ਉਹਨਾਂ ਨੇ ਆਫੀਸਰ ਬਣਾਏ ਹੋਏ ਆ, ਉਹ ਸੁਣੂਗੇ ਬੱਚਿਆਂ ਨੂੰ ਜਦੋਂ ਵੱਡੇ ਹੋ ਗਏ। ਪਰ ਗੱਲ ਇਹ ਹੈ ਕਿ ਮੈਂ ਇਹੀ ਕਹੂੰਗੀ ਕਿ ਮੇਨ ਇੱਥੇ ਇਨਕਰੇਜ ਇਹ ਕਰਦੇ ਆ ਜੋ ਜੱਜ ਆ ਕਿ ਤੁਸੀਂ ਸੋਚੋ, ਆਪਣੇ ਬੱਚਿਆਂ ਲਈ ਸੋਚੋ ਕੀ ਸਹੀ, ਇਹ ਨਹੀਂ ਕਿ ਆਪ ਨਾ ਸੋਚੋ ਕਿ ਆਪਣੇ ਲਈ ਕੀ ਸਹੀ ਆ। ਬੱਚਿਆਂ ਨੂੰ ਮਾਂ ਵੀ ਚਾਹੀਦੀ ਆ, ਬਾਪ ਵੀ ਚਾਹੀਦਾ ਹੈ, ਤੇ ਤੁਸੀਂ ਟਰਾਈ ਕਰੋ ਕਿ ਸਮਝੌਤਾ ਕਰਨ ਲਈ। ਜੇ ਨਹੀਂ ਹੁੰਦਾ ਹੈਗਾ ਤੇ ਬੱਚਿਆਂ ਦਾ ਹੱਕ ਆ ਤੇ ਕੋਰਟ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੈ ਬੱਚਿਆਂ ਨੂੰ ਦੇਖਣ ਲਈ। ਇਹ ਆ ਪ੍ਰੋਸੀਜਰ ਥੋੜਾ ਜਿਹਾ ਲੰਬਾ ਹੋ ਜਾਂਦਾ ਹੈ, ਕੰਪਲਿਕੇਟਡ ਵੀ ਹੋ ਜਾਂਦਾ ਹੈ, ਪਰ ਕੋਰਟ ਵਿੱਚ ਰਾਹੀਂ ਤੁਸੀਂ ਕੰਟੈਕਟ ਆਰਡਰ ਅਪਲਾਈ ਕਰ ਸਕਦੇ ਹੈਗੇ ਆ। ਸੋ ਕੋਈ ਵੀ ਪਾਰਟੀ ਆਪਣੇ ਬੱਚਿਆਂ ਨੂੰ ਦੇਖਣ ਲਈ ਕੰਟੈਕਟ ਆਰਡਰ ਅਪਲਾਈ ਕਰ ਸਕਦੀ? ਹਾਂਜੀ। ਤੇ ਫਿਰ ਕੰਟੈਕਟ ਮਤਲਬ ਕੰਟੈਕਟ ਕੇ ਫਿਰ ਬੱਚੇ ਨੂੰ ਦੇਖ ਸਕਦਾ, ਮਿਲ ਸਕਦਾ, ਉਹਨੂੰ ਲਿਜਾ ਸਕਦਾ, ਘੁੰਮ ਫਿਰ ਸਕਦਾ ਉਹਨੂੰ? ਹਾਂਜੀ। ਫਿਰ ਉਹ ਇਹ ਰੂਟੀਨ ਬਣ ਜਾਂਦੀ ਹੈ ਤੇ ਉਹ ਤੁਸੀਂ ਫਿਰ ਆਰਡਰ ਦੇ ਵਿੱਚ ਲਿਖ ਸਕਦੇ ਕਿ ਵੀਕਐਂਡ ਦੇ ਵਿੱਚ ਜੋ ਬਾਪ ਹੈ ਉਹ ਬੱਚਿਆਂ ਨੂੰ ਦੇਖ ਸਕਦਾ ਹੈਗਾ, ਹੌਲੀਡੇਜ਼ ਦੇ ਵਿੱਚ ਦੇਖ ਸਕਦਾ, ਦੀਵਾਲੀ, ਵਿਸਾਖੀ, ਬਰਥਡੇ ਤੇ ਵੀ ਦੇਖ ਸਕਦਾ ਹੈਗਾ। ਉਹ ਸਾਰਾ ਕੁਝ ਤੁਸੀਂ ਕੋਰਟ ਦੇ ਰਾਹੀਂ ਅਪਲਾਈ ਕਰ ਸਕਦੇ ਹੈਗੇ। ਜੀ ਤੇ ਇੱਕ ਹੋਰ ਗੱਲ ਆ, ਹੁਣ ਚਲੋ ਬੁੜੀਆਂ ਦੀ ਫੇਵਰ ਕਰਦੇ ਆ ਕਿਉਂਕਿ ਜ਼ਿਆਦਾ ਬੁੜੀਆਂ ਹੀ ਦੇਖਦੀਆਂ ਇਹ ਪ੍ਰੋਗਰਾਮ ਨੂੰ। ਹੁਣ ਕਈ ਸੱਸਾਂ ਦੀ ਕੰਪਲੇਂਟਾਂ ਹੁੰਦੀਆਂ ਕਿ ਜੀ ਸਾਡੀ ਨੌਂ ਆਈ ਆ, ਉਹ ਤਾਂ ਬੜੀ ਖਰਾਬ ਨਿਕਲੀ, ਪਤਾ ਲੱਗਾ ਉਹਨੂੰ ਫਰੈਂਡ ਰੱਖਿਆ ਕਿ ਇਹਨੂੰ ਹੁਣ ਕੱਢੀਏ ਕਿੱਦਾਂ, ਇਹ ਤਾਂ ਸਾਡੇ ਗਲੇ ਪੈ ਗਈ, ਅਸੀਂ ਪੱਕੀ ਨਹੀਂ ਕਰਾਉਣੀ, ਕਿ ਇਹਨੂੰ ਕੱਢੀਏ ਜਾਂ ਡਿਵੋਰਸ ਕਰੀਏ ਕਿੱਦਾਂ? ਏਦਾਂ ਦੇ ਪ੍ਰੋਬਲਮ ਕੇਸ ਵਿੱਚ ਬੰਦਾ ਕੀ ਕਰੇ?
ਤੁਸੀਂ ਡਾਕਟਰ ਨੂੰ ਦੇ ਰਾਹੀਂ ਪੁੱਛ ਨਹੀਂ ਰਹੇ ਆ ਮੈਂ ਜਾਂ ਸੱਸਾਂ ਦਾ ਪੁੱਛਣਾ ਪਹਿਲਾਂ ਮੇਰਾ ਝੂਠੀ ਸੱਸਾਂ ਨੂੰ ਆਖਾਂ ਨਹੀਂ ਨਾ ਬਾਅਦ ਬਾਅਦ ਆਵਾਂਗੇ ਪਹਿਲੀ ਤੇ ਗੱਲ ਮੈਂ ਇਹ ਕਹੂੰਗੀ ਤੁਸੀਂ ਬਹੁਤ ਸੋਚ ਸਮਝ ਕੇ, ਇਹ ਨਹੀਂ ਕਿ ਤੁਸੀਂ ਲੋਕ ਬਦਲ ਦਿਓ ਤਾਂ ਨਹੀਂ ਤਾਂ ਕੱਢ ਨਹੀਂ ਸਕਦੇ ਅਗਲੇ ਨੂੰ ਕੋਈ ਜਾ ਤੂੰ ਆਪਣੇ ਹੁਣ ਫੌਜੀ ਨਾਲ ਨੱਠ ਜਾ। ਇਦਾਂ ਹੈ ਕਿ ਡਿਪੈਂਡ ਹੈ ਕਿ ਪ੍ਰਾਪਰਟੀ ਕਿਹਦੇ ਦੇ ਨਾਂ ਦੇ ਵਿੱਚ ਹੈਗੀ ਆ। ਜੇ ਪ੍ਰਾਪਰਟੀ ਮੰਮੀ ਡੈਡੀ ਦੇ ਨਾਂ 'ਚ ਫਿਰ ਇਦਾਂ ਹੈ ਤੁਹਾਨੂੰ ਲੀਗਲ ਪ੍ਰੋਸੀਜਰ ਦੇ ਹਿਸਾਬ ਨਾਲ ਤੁਹਾਨੂੰ ਕਰਨਾ ਡਾਕਟਰ ਨੂੰ ਕੱਢਣਾ ਚਾਹੀਦਾ। ਜੇ ਤਾਂ ਤੁਸੀਂ ਲੋਕ ਬਦਲ ਦਿਓ ਤਾਂ ਇਦਾਂ ਹੈ ਕਿ ਵਾਈਫ ਐਕਸ਼ਨ ਵੀ ਲੈ ਸਕਦੀ ਹੈਗੀ ਆ ਪੋਜੀਸ਼ਨ, ਕਿਉਂਕਿ ਇਹ ਪ੍ਰੋਸੀਜਰ ਫੋਲੋ ਕਰਨਾ ਪੈਂਦਾ ਹੈਗਾ ਆ। ਤੇ ਕੋਰਟ ਦੇ ਦੋਨਾਂ ਨੂੰ ਕੱਢ ਦਵਾਂ, ਜੇ ਮੈਂ ਨੌ ਪੁੱਤ ਨੂੰ ਕੱਢ ਦਵਾਂ ਕਿ ਜਾਓ ਤੁਸੀਂ, ਕੋਰਟ ਦਾ ਆਰਡਰ ਲੈਣਾ ਪੈਂਦਾ ਹੈ। ਕੋਰਟ ਦਾ ਆਰਡਰ ਲੈਣਾ ਪੈਂਦਾ, ਜੇ ਤੁਸੀਂ ਨਹੀਂ ਲਓ ਆਪਣੇ ਘਰ ਚੋਂ ਵੀ ਕੱਢਣ ਨੂੰ ਆਰਡਰ ਲੈਣਾ ਪੈਂਦਾ। ਹਾਂਜੀ, ਕਿਉਂਕਿ ਨੋਟਿਸ ਦੇਣਾ ਪੈਂਦਾ ਹੈਗਾ ਆ। ਨੋਟਿਸ ਕਾਹਦੇ ਨੂੰ ਲੜੀ ਜਾਂਦੇ ਆ, ਮੇਰਾ ਤਾਂ ਚੈਨ ਖਰਾਬ ਕੀਤਾ ਉਹਨਾਂ ਨੇ। ਹਾਂਜੀ, ਪਰ ਇਦਾਂ ਤੁਸੀਂ ਪ੍ਰੋਬਲਮ ਵਿੱਚ ਪੈ ਸਕਦੇ ਜੇ ਤੁਸੀਂ ਇਦਾਂ ਕਰਦੇ ਹੋ। ਹਾਂਜੀ, ਤੇ ਜ਼ਰੂਰ ਵਕੀਲ ਦੀ ਐਡਵਾਈਸ ਲਵੋ, ਵਕੀਲ ਦੀ ਐਡਵਾਈਸ ਲੈ ਕੇ ਤੁਸੀਂ ਆਪਣੀ ਨੌਂ ਨੂੰ ਕੱਢੋ। ਓਕੇ ਰੀਅਲੀ। ਤੇ ਜੇ ਮੈਂ ਨੌਂ ਜਾਂ ਫਰਜ਼ ਕਰੋ ਰਾਈਟ, ਤੇ ਮੈਂ ਵਿਆਹ ਤੇ ਆਈ ਹਾਂ ਤੇ ਹੁਣ ਕਈਆਂ ਨਾਲ ਹੋਇਆ, ਖਾਸ ਤੌਰ ਤੇ ਮਿਡਲੈਂਡ ਵਿੱਚ ਤਾਂ ਬਹੁਤ ਹੁੰਦਾ ਆ ਕਿ ਕਈ ਕੇਸ ਇਦਾਂ ਨੇ ਸੁਣਿਆ ਕਿ ਨੌ ਘਰ ਨੂੰ ਆਈ ਤਾਂ ਉਹਦਾ ਟੈਚੀ ਬਾਹਰ ਰੱਖਿਆ, ਉਹਨੂੰ ਰਾਤ ਨੂੰ ਹੀ ਕੱਢ ਦਿੰਦੇ। ਹਾਂਜੀ, ਕਿਆ ਉਹ ਨਾ ਕਿਤੇ ਜਾਣ ਨੂੰ ਅੱਗੇ ਜਗ੍ਹਾ ਹੁੰਦੀ ਹੈ, ਨਾ ਉਹਦੀ ਪੁਲਿਸ ਮਦਦ ਕਰਦੀ ਹੈ, ਉਹਦੇ ਚ ਕੀ ਕਰਨਾ ਚਾਹੀਦਾ ਉਹਨੂੰ? ਪਹਿਲੀ ਤਾਂ ਗੱਲ ਮੈਂ ਇਹ ਕਹਿੰਦੀ ਕਿ ਜਿਹੜੀਆਂ ਲੇਡੀਜ਼ ਇਸ ਸਿਚੁਏਸ਼ਨ ਦੇ ਵਿੱਚ ਹੈਗੀਆਂ ਆ ਤੇ ਹਾਂਜੀ, ਤੇ ਨਾਲ ਦੀ ਨਾਲ ਆਪਣੇ ਡਾਕਟਰ ਨੂੰ ਤੁਸੀਂ ਸਮਝਾਓ ਕਿ ਦੇਖੋ ਸਾਡੀ ਪ੍ਰੋਬਲਮ ਇਹ ਆ। ਨਾਲ ਦੀ ਨਾਲ ਤੁਸੀਂ ਜੇ ਰਿਪੋਰਟ ਕਰਨੀ ਹੈਗੀ, ਰਿਪੋਰਟ ਅਥਾਰਟੀਜ਼ ਨੂੰ ਕਰੋ ਰਿਪੋਰਟ ਕਿ ਸਾਡੀ ਪ੍ਰੋਬਲਮ। ਜੇ ਤਾਂ ਘਰੋਂ ਬਾਹਰ ਕੱਢ ਹੀ ਦਿੱਤਾ ਹੈਗਾ ਆ ਤੇ ਪਹਿਲੀ ਤਾਂ ਗੱਲ ਇਹ ਆ ਕਿ ਜੇ ਤਾਂ ਪ੍ਰਾਪਰਟੀ ਹਸਬੰਡ ਦੇ ਨਾਂ ਦੇ ਵਿੱਚ ਹੈਗਾ ਤਾਂ ਬਿਲਕੁਲ ਗਲਤ ਆ ਤੇ ਇਦਾਂ ਕੋਈ ਕਰ ਨਹੀਂ ਸਕਦਾ ਹੈਗਾ। ਤੁਸੀਂ ਕੋਰਟ ਜੇ ਹਸਬੰਡ ਦੇ ਨਾਂ 'ਚ ਪ੍ਰਾਪਰਟੀ ਹੈ ਫੇਰ ਨਹੀਂ ਕੱਢ ਸਕਦੇ ਤਾਂ? ਨਹੀਂ, ਤੁਸੀਂ ਕੋਰਟ ਰਾਹੀਂ ਇੰਜੰਕਸ਼ਨ ਅਪਲਾਈ ਕਰ ਸਕਦੇ ਹੋ, ਤੁਸੀਂ ਵਾਪਸ ਜਾ ਸਕਦੇ ਪ੍ਰਾਪਰਟੀ, ਵਾਪਸ ਜਾ ਸਕਦੇ ਆ। ਅੱਛਾ, ਫਰਜ਼ ਕਰੋ ਮੈਂ ਆਪਣੀ ਵੋਟੀ ਨੂੰ ਘਰੋਂ ਕੱਢ ਦਿੰਦਾ। ਹੁਣ ਕਈ ਜਣ ਕਿ ਆਪਣੀ ਵੋਟੀ ਦੁਆਲੇ ਹੋਇਆ, ਸੱਚੀ ਨਹੀਂ ਘਰੋਂ ਕੱਢਣੀ, ਮੈਂ ਤਾਂ ਉਹਨਾਂ ਵਿਚਾਰੀ ਉਹ ਤੋਂ ਅੱਗੇ ਕਹਿੰਦੀ ਸੀ ਮੈਂ ਦੇਖੂੰਗੀ, ਉਹ ਤਾਂ ਅੱਗੇ ਕਹਿੰਦੀ ਸੀ ਮੈਂ ਗੁਰਜੀਤ ਦਾ ਪ੍ਰੋਗਰਾਮ ਦੇਖੂੰਗੀ, ਅੱਜ ਦੇਖੂੰਗੀ ਸਵਾਰ ਕੇ ਫਿਰ ਤੈਨੂੰ ਦੱਸੂ। ਇਹਦੇ ਵਿੱਚ ਇੱਕ ਜੇ ਮੈਂ ਆਪਣੀ ਵੋਟੀ ਨੂੰ ਘਰੋਂ ਕੱਢ ਦਵਾਂ ਰਾਈਟ, ਤੇ ਘਰ ਮੇਰੇ ਨਾਂ ਤੇ ਆ, ਹਾਂਜੀ, so she can come back in? She can with an injunction. She can either ask the police for assistance, ਜਾਂ ਤਾਂ ਪੁਲਿਸ ਨੂੰ ਕਹੋਗੇ ਕਿ ਮੇਰੀ ਹੈਲਪ ਕਰੋ। So I can't just say I don't like you now, go. Absolutely not. You'd be doing something very wrong. And I know wrong, so you would be. ਇਦਾਂ ਨਹੀਂ ਕਹਿ ਸਕਦਾ। ਤੁਸੀਂ ਕਹਿ ਤਾਂ ਜੋ ਕਹਿਣਾ ਜੋ ਹੈਗਾ, ਪਰ ਲੀਗਲੀ ਉਹ ਅਪਲਾਈ ਕਰ ਐਕਸ਼ਨ ਕਰ ਸਕਦੀ ਹੈ, ਐਕਸ਼ਨ ਕਰ ਸਕਦੇ, ਤੁਹਾਡੇ ਸਿਰ ਖਰਚਾ ਵੀ ਪਾ ਸਕਦੀ, ਲੀਗਲ ਜੋ ਖਰਚਾ ਹੈ, ਕਿਉਂਕਿ ਗਲਤ ਹੈ, ਤੁਸੀਂ ਇਦਾਂ ਨਹੀਂ ਕਰ ਸਕਦੇ ਹੈਗੇ। ਹਾਂ ਵੀ ਸੱਸਾਂ ਨੂੰ ਥੋੜੇ ਹਿਸਾਬ ਨਾਲ ਚੱਲਣਾ ਚਾਹੀਦਾ, ਐਵੇਂ ਨਹੀਂ ਨੌਹਾਂ ਨੂੰ ਤੁਸੀਂ ਕੱਢ ਸਕਦੇ ਅੱਧੀ ਰਾਤ ਨੂੰ, ਜਾਂ ਮੀਂਹ 'ਚ ਕੱਢ ਦਿਓ, ਟੈਚੀ ਲੈ ਲਾ ਤੇ ਗਹਿਣੇ ਰੱਖ ਲਓ ਸਾਰੇ। ਅੱਛਾ ਹੁਣ ਸਵਾਲ ਪੁੱਛਣਾ ਆ ਕਿ ਕਈ ਨੌਹਾਂ ਆਪਣੀਆਂ ਦਹੇਜ ਲੈ ਕੇ ਆਉਣੀਆਂ ਇੱਥੇ, ਬੜਾ ਜੀ ਰਾਣੀ ਹਾਰ ਪਾਇਆ ਹੁੰਦਾ ਵਿਚਾਰੀਆਂ ਨੇ, ਬੰਗਾ ਗਜਰੇ, ਤੋਂ ਸੱਸਾਂ ਉਹਨਾਂ ਨੂੰ ਕੱਢ ਕੇ ਉਹ ਸਾਰਾ ਮਾਲ ਹੜਪ ਲੈਂਦੀਆਂ, ਆਪ ਤੇ ਪਾਇਆ ਨਹੀਂ। ਉਹ ਚਲੋ ਜਿੱਦਾਂ ਵੀ ਹੁੰਦਾ, ਅਗਲੀਆਂ ਵੀ ਲਾਈਕ ਦ ਸੋਨਾ ਐਨੀਵੇ, ਇਨ ਪੰਜਾਬ ਵੀ ਲਾਈਕ ਦ ਸੋਨਾ, ਐਂਡ ਗੋਲਡ ਮਹਿੰਗਾ ਬਹੁਤ ਹੋਇਆ। ਹਾਂਜੀ, ਅੱਜ ਕੱਲ੍ਹ ਚਲੋ ਇਹਦੇ ਬਾਰੇ ਹੁਣ ਅਸੀਂ ਸੋਨੇ ਬਾਰੇ ਗੱਲ ਬਾਅਦ ਚ ਕਰਦੇ ਹਾਂ, ਤੇ ਤੁਸੀਂ ਕਿੱਦਾਂ ਹੜਪਦੇ ਆ ਕਿੱਦਾਂ ਨਹੀਂ, ਤੇ ਉਹਦੇ ਬਾਰੇ ਬ੍ਰੇਕ ਤੋਂ ਬਾਅਦ ਗੱਲਾਂ ਕਰਦੇ ਬ੍ਰੇਕ ਤੋਂ ਬਾਅਦ। ਇਸ ਤੋਂ ਪਹਿਲਾਂ ਕਿ ਅਸੀਂ ਸ਼ੋਅ ਨੂੰ ਅੱਗੇ ਵਧਾਈਏ, ਕੁਝ ਬਰਥਡੇ ਵਾਲੀ ਹੈਪੀ ਬਰਥਡੇ ਕਹਿ ਦਈਏ, ਕਿਉਂਕਿ ਡਿਵੋਰਸ ਦੇ ਵਿੱਚ ਡਿਪਰੈਸ਼ਨ ਹੋਣ ਨਾਲ ਤਾਂ ਸਾਨੂੰ ਕੋਈ ਚੰਗੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ। 24 ਤਰੀਕ ਨੂੰ ਸਾਡੇ ਹੀਰਾ ਗਰੁੱਪ ਤੋਂ ਕੁਮਾਰ ਜੀ ਦਾ ਬਰਥਡੇ ਸੀਗਾ, ਉਹਨੂੰ ਹੈਪੀ ਬਰਥਡੇ ਕਹਿੰਦੇ ਆ। ਇੱਕ ਕੁਲਵਿੰਦਰ ਸਿੰਘ ਜੋ ਕਬੱਡੀ ਖੇਡਦੇ ਇੱਥੇ ਦੇ ਜੰਪਲ, ਉਹਨੂੰ ਵੀ ਹੈਪੀ ਬਰਥਡੇ ਕਹਿੰਦੇ ਆ। 25 ਤਰੀਕ ਨੂੰ ਬੱਲੀ ਰਾਈ ਦਾ ਬਰਥਡੇ ਸੀਗਾ, ਉਹਨੂੰ ਹੈਪੀ ਬਰਥਡੇ ਕਹਿੰਦੇ ਆ। 26 ਤਰੀਕ ਨੂੰ ਸਾਡਾ ਡੈਨੀ ਸਮੈਰਿਕ ਤੋਂ ਉਹਦਾ ਬਰਥਡੇ ਸੀਗਾ, ਉਹਨੂੰ ਹੈਪੀ ਬਰਥਡੇ ਕਹਿੰਦੇ ਆ। 27 ਤਰੀਕ ਨੂੰ ਸਾਡਾ ਸਾਈਮਨ ਢੋਲੀ ਜੋ ਕਿ ਬਹੁਤ ਮਸ਼ਹੂਰ ਆ, ਤੇ ਉਹਨੂੰ ਅਸੀਂ ਹੈਪੀ ਬਰਥਡੇ ਕਹਿੰਦੇ ਆ। ਅੱਜ ਹਾਰਡਸ ਗਰੇਵਾਲ ਤੇ ਸੰਦੀਪ ਦੁੱਗਲ ਦਾ ਬਰਥਡੇ ਆ, ਉਹਨਾਂ ਦੋਨਾਂ ਨੂੰ ਹੈਪੀ ਬਰਥਡੇ ਕਹਿਣਾ। ਤੇ ਕੱਲ ਨੂੰ ਵੀ ਐਡਵਾਂਸ ਵਿੱਚ ਕਹਿ ਦਿੰਦੇ ਆ ਸੁੱਖੀ ਬੁੱਟਾ ਨੂੰ, ਜੋ ਇਨਫੇਮਸ ਸੁੱਖ, ਐਂਡ ਮੋਨਿਕਾ ਪੂਰੀ, both of them happy birthday. And also ਗੁਰਜੀਤ, ਮੈਂ ਕਹਿੰਦਾ ਅਗਲੇ ਹਫਤੇ ਤੁਹਾਡੇ ਬੱਚਿਆਂ ਦੇ ਬਰਥਡੇ ਵੀ ਉਹਨਾਂ ਦੇ ਬਰਥਡੇ ਐਕਚੁਅਲੀ ਵੈਨਸਡੇ ਸੀਗੇ, ਜੋ 26 ਤਰੀਕ ਨੂੰ ਹੈਗੇ ਆ ਮੇਰੇ ਜੋੜੇ ਸਾਡੇ ਵੱਲੋਂ। ਥੈਂਕ ਯੂ ਵੈਰੀ ਮਚ। ਤੇ ਤੁਸੀਂ ਆਪਣੇ ਫੈਮਿਲੀ ਬਾਰੇ ਕੁਝ ਦੱਸੋ, ਤੁਸੀਂ ਵਿਆਹੇ ਹੋ? ਹਾਂਜੀ ਜ਼ਰੂਰ। ਤੇ ਤੁਹਾਡੇ ਹਸਬੰਡ ਕੀ ਕਰਦੇ? ਉਹ ਵੀ ਵਕੀਲ ਹੈ। ਉਹ ਵੀ ਵਕੀਲ ਹੈ? ਹਾਂਜੀ। ਲੈ ਤਾਂ ਯਾਨੀ ਤੁਹਾਡੇ ਬੱਚੇ ਕਿੰਨੇ? 3 ਬੱਚੇ ਹੈ। ਤੇ ਜੋੜੇ ਵੀ ਹਨ? 2 ਜੋੜੇ ਹੈ, ਰੋਹਨ ਸਾਰਾ, ਤੇ ਉਹ ਹੈਗੇ 4 ਸਾਲ ਦੇ ਹੋਏ ਸੀ 26 ਤਰੀਕ ਨੂੰ। ਹੈਪੀ ਬਰਥਡੇ ਰੋਹਨ ਐਂਡ ਸਾਰਾ। ਅੱਛਾ। ਤੇ ਮੇਰੀ ਨਿੱਕੀ ਗੁੱਡੀ ਵੀ ਹੈਗੀ ਆ, ਤੇ ਉਹ 2 ਸਾਲ ਦੀ ਹੈ। ਜਾਨੀ ਇੱਕ ਮਿੰਟ, ਤੁਹਾਡੇ 3 ਨਿਆਣੇ ਵੀ ਆ, ਤੂੰ ਵਕੀਲਣੀ ਵੀ ਆ, ਦਫ਼ਤਰ ਵੀ ਸਾਂਭਦੀ ਆ। ਹਾਂਜੀ। ਉਹਨਾਂ ਦੇ ਫਿਰ ਨਾਪੀਆਂ ਨੂਪੀਆਂ ਵੀ ਲਾਉਣੀਆਂ ਪੈਣੀਆਂ ਹੋਗੀਆਂ। ਜ਼ਰੂਰ। ਤੇ ਤੁਹਾਡਾ ਫਿਰ ਉਹ ਬਣੀ ਗਵਾਇਆ, ਪ੍ਰਾਹੁਣਾ ਵੀ ਵਕੀਲ ਹੈ, ਤੂੰ ਵੀ ਵਕੀਲਣੀ ਆ, ਮਤਲਬ ਆ ਸਾਰਾ ਕੰਮ ਸਾਰਾ ਤੁਸੀਂ ਸੰਭਾਲਦੇ ਕਿੱਦਾਂ? ਇਹ ਮੈਂ ਕਹੂੰਗੀ ਮੇਰੇ ਹਸਬੰਡ ਦੇ ਜੋ ਮੰਮੀ ਤੋਂ ਡੈਡੀ ਜੀ ਆ, ਤੇ ਉਹਨਾਂ ਦੇ ਬਸ ਹੈਲਪ ਦੇ ਨਾਲ ਅਸੀਂ ਕਰਦੇ ਹੈਗੇ, ਬਹੁਤ ਹੀ ਅੱਛੇ ਜੋ ਹੈਗੇ ਆ,
ਉਹਨਾਂ ਦੀ ਹੈਲਪ ਦੇ ਨਾਲ। ਲੈ ਤਾਂ ਫਿਰ ਵਧੀਆ ਤੇਰਾ ਸੂਤ ਲੱਗਾ। ਸਾਡੀ ਨਹੀਂ ਤਾਂ ਆਮ ਤੌਰ ਤੇ ਇੱਕ ਜਮਾ ਕੇ ਨਾ ਮੇਨੇ ਮਾਂ ਲੱਗ ਜਾਂਦੀ, ਮੈਂ ਤਾਂ ਹੈ ਨਾ ਭਾਜੀ ਹੁਣ ਕੰਮ ਨਹੀਂ ਹੁੰਦਾ, ਹੁਣ ਇਹਨਾਂ ਨੂੰ ਪੁੱਛ ਲਓ ਤੁਸੀਂ, ਹੈ ਨਾ ਤੁਸੀਂ ਹੁਣ ਕੰਮ ਕਰਿਓ 10 ਸਾਲ ਹੀ। ਮੈਨੂੰ ਡਾਕਟਰ ਨੇ ਮਨਾ ਕਰ, ਭਾਵੇਂ ਡਾਕਟਰ ਨੇ ਕਿਹਾ ਵੀ ਨਾ ਹੋਵੇ, ਭਾਵੇਂ ਡਾਕਟਰ ਨੇ ਕਿਹਾ ਵੀ ਚਲੋ ਜੀ ਕੰਮ ਤੇ ਲੱਗ ਜਾਓ 2 ਮਹੀਨਿਆਂ ਬਾਅਦ, ਆਪਣੀਆਂ ਜੀ ਪਹਿਲਾਂ ਹੀ ਹੰਬ ਜਾਂਦੀਆਂ। ਆਹ ਦੇਖੋ ਜੀ ਇਹਨੂੰ ਪੰਜਾਬਣ ਕਹਿੰਦੇ, ਨਾਲੇ ਵਕੀਲਣੀ, ਨਾਲੇ ਪ੍ਰਾਹੁਣੇ ਜਿੰਨਾ ਰੋਬ ਉਹ ਵੀ ਵਕੀਲ ਆ, ਨਾਲੇ 3 ਨਿਆਣੇ ਉਹ ਵੀ ਜੋੜੇ। ਇੱਕ ਨਾਪੀ ਲਾਉਣ ਦੇ 2-2 ਕਰਨੇ ਪੈਂਦੇ ਆ, ਜਿੱਥੇ ਇੱਕ ਰਾਟ ਪਾਉਂਦਾ 2 ਹੀ ਰਾਟ ਪਾਉਂਦੇ ਆ, ਤੇ 3 ਨਿਆਣੇ ਤੇ ਫਿਰ ਵੀ ਕੰਮ ਕਰਦੇ, ਫਿਰ ਵੀ ਟਾਈਮ ਕੱਢ ਕੇ ਇੱਥੇ ਆਏ ਆ। ਤੇ ਗੁਰਜੀਤ 2 ਚੀਜ਼ਾਂ ਮੈਂ ਤੁਹਾਨੂੰ ਖਾਸ ਤੌਰ ਤੇ ਪੁੱਛਣੀਆਂ। ਇੱਕ ਤਾਂ ਅੱਜ ਕੱਲ ਜਦੋਂ ਵਿਆਹ ਹੁੰਦੇ ਆ ਤਾਂ ਬੜੀ ਛੇਤੀ ਡਿਵੋਰਸ ਹੋਣ ਲੱਗ ਪਿਆ, ਇੱਕ ਫੈਸ਼ਨ ਜਿਹਾ ਹੀ ਹੋ ਗਿਆ। ਬਹੁਤ ਕਹਾਣੀ ਸੁਣੀ ਆ ਜੀ ਕਿ ਹਫਤਾ ਕੱਟਿਆ, ਹਸਬੈਂਡ ਵਾਈਫ ਨੇ ਬਾਅਦ ਡਿਵੋਰਸ ਕਰ ਲਿਆ। ਇੱਕ ਗੱਲ ਹੈ, ਜਿਹੜੇ ਮੁੰਡੇ ਕੁੜੀ ਵਾਲੇ ਨੇ ਵਿਆਹ ਦੇ ਖਰਚ ਕੀਤਾ ਹੁੰਦਾ ਉਹ ਮੁੜ ਕੇ ਮਿਲਦਾ ਜਾਂ ਨਹੀਂ? ਪਹਿਲੀ ਗੱਲ ਮੈਂ ਇਹ ਕਹੂੰਗੀ ਕਿ ਮੈਂ ਇਹ ਇਨਕਰੇਜ ਕਰੂੰਗੀ ਜੋ ਵਿਆਹ ਦਾ ਖਰਚਾ ਹੈਗਾ ਆ ਉਹ ਸਾਂਝਾ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਯੂਜੂਅਲੀ ਇਦਾਂ ਹੁੰਦਾ ਕਿ ਕੁੜੀ ਦੇ ਮਾਪੇ ਨੇ ਕੀਤਾ ਹੁੰਦਾ ਸਾਰਾ ਖਰਚਾ। ਤੇ ਇਹ ਆ ਕਿ ਮੁੰਡੇ ਵਾਲੇ ਵੀ ਕਾਫੀ ਲਾਉਂਦੇ ਆ, ਪਾਰਟੀ ਕਰਦੇ ਰਾਤ ਤੋਂ ਪਹਿਲਾਂ। ਹਾਂਜੀ, ਤਾਂ ਉਹਨਾਂ ਦੇ ਪਰ ਰੋਟੀ ਸ਼ਰਾਬ ਦੇ ਤਾਂ ਜ਼ਿਆਦਾ ਲੱਗਦਾ, ਕੁੜੀ ਹੁਣ ਵਾਲਿਆਂ ਦਾ ਤਾਂ ਜ਼ਿਆਦਾ ਲੱਗਦਾ, ਸੋਨੇ ਵਗੈਰੇ ਦਾ ਜ਼ਿਆਦਾ ਲੱਗਦਾ। ਤੇ ਇਹ ਆ ਕਿ ਇੱਥੇ ਜੋ ਰੋਟੀ ਪਾਣੀ ਤੇ ਲੱਗਾ ਆ ਉਹ ਖਰਚਾ ਯੂਜੂਅਲੀ ਵਾਪਸ ਨਹੀਂ ਮਿਲਦਾ, ਅਨਲੈਸ ਕੁੜੀ ਨੇ ਆਪ ਖਰਚਿਆ ਹੈਗਾ, ਤੇ ਯੂਜੂਅਲੀ ਆਪ ਨਹੀਂ ਖਰਚਦੇ ਹੈਗੇ। ਗੁਰਦੁਆਰੇ ਲੰਗਰ ਖਿਲਾ ਕੇ ਤੋਰ ਦਿਆ ਕਰੋ। ਕੈਨੇਡਾ ਅੰਦਰ ਕਿ ਅਗਲੇ ਕਹਿੰਦੇ ਕਿ ਤੁਹਾਡੀ ਮਰਜ਼ੀ ਹੈ, ਕੋਰਟ ਵੀ ਕਹਿੰਦੇ ਤੁਹਾਡੀ ਮਰਜ਼ੀ ਹੈ ਕਿ ਤੁਸੀਂ 80,000 ਖਰਚਿਆ, 50,000 ਖਰਚਿਆ, ਤੁਹਾਡੀ ਮਰਜ਼ੀ ਸੀ, ਤੁਹਾਡੀ ਮਰਜ਼ੀ ਸੀਗੀ, ਗਿਫਟ ਤੌਰ ਤੇ ਬਣ ਜਾਂਦਾ। ਹਾਂਜੀ, ਜੇ ਤਾਂ ਤੁਸੀਂ ਘਰ ਲੈ ਦਿੰਦੇ ਕੁੜੀ ਨੂੰ ਉਹ ਹੋਰ ਗੱਲ ਹੈ, ਉਹਦੇ ਵਿੱਚ ਤੁਸੀਂ ਵਾਪਸ ਉਹ ਲੈ ਸਕਦੇ ਹੈਗੇ ਆ, ਉਹ ਪ੍ਰਾਪਰਟੀ ਫਿਰ ਆਪਣੀ ਕੁੜੀ ਲਈ ਵਾਪਸ ਲੈ ਸਕਦੇ। ਪਰ ਜੇ ਤੁਸੀਂ ਵਿਆਹ ਤੇ ਖਰਚਿਆ ਆ, ਵੱਡੇ ਵੱਡੇ ਹੋਟਲ ਕੀਤੇ, ਹਿਲਟਨ ਕੀਤਾ ਆ, ਤੇ ਇਦਾਂ ਹੈ ਕਿ ਉਹ ਤਾਂ ਨਹੀਂ ਵਾਪਸ ਮਿਲਦੇ ਹੈਗੇ ਆ। ਅੱਛਾ, ਕੈਨੇਡਾ 'ਚ ਮੈਂ ਤੁਹਾਨੂੰ ਦੱਸਦਾ, ਮੈਂ ਜਾ ਕੇ ਆਇਆ, ਫੈਸ਼ਨ ਕੀ ਆ ਉੱਥੇ, ਕੁੜੀ ਵਾਲੇ ਲੰਗਰ ਛਕਾ ਕੇ ਤੋਰ ਦਿੰਦੇ ਆ ਮੁੰਡੇ ਵਾਲਿਆਂ ਨੂੰ, ਫਿਰ ਸ਼ਾਮ ਨੂੰ ਮੁੰਡੇ ਵਾਲੇ ਪਾਰਟੀ ਕਰਦੇ ਆ ਵਿਆਹ ਵਾਲੇ ਦਿਨ। ਹਾਂਜੀ, ਤੇ ਉਹਨਾਂ ਤੇ ਖਰਚ ਹੁੰਦਾ ਕਿ ਤੁਹਾਡੀ ਆਪਣੀ ਖੁਸ਼ੀ ਤੁਸੀਂ ਕਰੋ, ਯਾਨੀ ਕੁੜੀ ਵਾਲਿਆਂ ਤੇ ਕੋਈ ਜ਼ਿਆਦਾ ਭਾਰ ਨਹੀਂ ਹੁੰਦਾ। ਹਾਂਜੀ ਹਾਂਜੀ। ਤੇ ਚਲੋ ਆਪਣੇ ਵਿੱਚ ਥੋੜਾ ਡਿਫਰੈਂਟ ਹੈ, ਜੋ ਚੱਲਦਾ ਆ ਉਹ ਡਿਫਰੈਂਟ ਗੱਲ ਹੈ। ਅੱਛਾ, ਹੁਣ ਮੈਂ ਤੁਹਾਨੂੰ ਮੇਨ ਚੀਜ਼ ਪੁੱਛਣੀ ਆ। ਹਾਂਜੀ, ਕਿ ਜੇ ਮੈਂ ਕੁਆਰਾ ਆ, ਫਰਜ਼ ਕਰੋ ਮੈਂ 18 ਸਾਲ ਦਾ, ਅਜੇ ਵੀ ਬੜਾ ਉਮਰ ਦਾ ਨਹੀਂ, 1-2 ਵਿਆਹ ਮੇਰੇ ਹੋ ਸਕਦੇ ਹਲੇ, ਮੈਂ ਤਾਂ ਜਾਣ ਕੇ ਨਹੀਂ ਕਰਾਉਂਦਾ, ਪਰ ਘਰ ਵਾਲੀ ਨੂੰ ਇਤਰਾਜ਼ ਹੋਣਾ ਨਾ। ਪਰ ਇਹਦੇ 'ਚ ਇਹ ਆ ਕਿ ਜੇ ਮੈਂ ਹੁਣ ਵਿਆਹ ਕਰਾਉਣਾ, ਜਾਂ ਅਸੀਂ ਮੁੰਡਾ ਵਿਆਹਣਾ ਜਾਂ ਕੁੜੀ ਵਿਆਹਣੀ ਆ, ਤੇ ਮੁੰਡੇ ਕੁੜੀ ਦੇ ਨਾਂ ਬਿਜ਼ਨਸ ਹੈਗੇ ਜਾਂ ਪ੍ਰਾਪਰਟੀ ਹੈਗੇ ਜਾਂ ਘਰ ਹੈਗੇ, ਤੇ ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਅਸੀਂ ਟ੍ਰਾਂਸਫਰ ਕਰੀਏ ਜਾਂ ਕੋਈ ਕਰੀਏ, ਜਾਂ ਕਈ ਹੁਣ ਜਿੱਦਾਂ ਬਿਜ਼ਨਸ ਆਪਣੇ ਨਾਂ ਤੇ ਆ ਕਿ ਨਹੀਂ ਬੰਦਾ ਟ੍ਰਾਂਸਫਰ ਕਰ ਸਕਦਾ ਜੀ, ਕਿੱਦਾਂ ਕਰ ਸਕਦਾ? ਤੇ ਵਿਆਹ ਤੋਂ ਪਹਿਲਾਂ ਕੁਝ ਐਦਾਂ ਦੀ ਐਗਰੀਮੈਂਟ ਕਰ ਸਕਦੇ ਇਨ ਪਲੇਸ ਕਿ ਜਦੋਂ ਡਿਵੋਰਸ ਹੋਵੇ ਤੇ ਇੱਕ ਦੂਜੇ ਦੀ ਜ਼ਮੀਨਾਂ ਤੇ ਹੱਕ ਨਾ ਪਵੇ, ਜਾਂ ਕਿੱਦਾਂ ਇਦਾਂ ਕੁਝ ਹੋ ਸਕਦਾ? ਇਦਾਂ ਹੈ ਕਿ ਇਸ ਕੰਟਰੀ ਦੇ ਵਿੱਚ ਜ਼ਰੂਰ ਤੁਸੀਂ ਕਰ ਸਕਦੇ ਹੈਗੇ, ਉਹਨਾਂ ਦਾ ਨਾਮ ਹੈਗਾ ਪ੍ਰੀ ਮੈਰਿਟਲ ਐਗਰੀਮੈਂਟਸ। ਪ੍ਰੀ ਮੈਰਿਟਲ ਐਗਰੀਮੈਂਟ, ਹਾਂਜੀ, ਪ੍ਰੀ ਨਪਸ਼ਲ ਵੀ ਕਹਿ ਦਿੰਦੇ, ਪ੍ਰੀ ਨਪਸ਼ਲ ਐਗਰੀਮੈਂਟਸ। ਤੇ ਅਮਰੀਕਾ 'ਚ ਕਾਫੀ ਫੇਮਸ ਹੈ, ਉੱਥੇ ਹੈਗਾ ਹੈ। ਤੇ ਇੱਥੇ ਅੱਗੇ ਨਹੀਂ ਸੀ ਫੈਸ਼ਨ ਵਿੱਚ, ਪਰ ਹੁਣ ਹੌਲੀ ਹੌਲੀ ਇਹ ਫੈਸ਼ਨ ਵਿੱਚ ਆਈ ਜਾਂਦਾ। ਆਪਣੇ ਲੋਕ ਵੀ ਗੱਲ ਨਾ ਪਈ ਇਦਾਂ ਹੈ ਕਿ ਆਪਣੇ ਲੋਕ ਇਤਨਾ ਨਹੀਂ ਕਰਦੇ ਹੈਗੇ, ਕਿਉਂਕਿ ਯੂਜੂਅਲੀ ਇਹ ਆ ਕਿ ਮੈਰਿਜ ਟੁੱਟ ਜਾਂਦੀ ਆ ਜਾਂ ਡੀਲ ਬ੍ਰੇਕਰ ਹੁੰਦਾ ਹੈ, ਜੇ ਅਗਲਾ ਕਹਿ ਦਿੰਦਾ ਕਿ ਤੁਸੀਂ ਅੱਜ ਸਾਈਨ ਕਰੋ ਬਈ ਤੇ ਫਿਰ ਹੀ ਮੈਂ ਵਿਆਹ ਕਰੂੰਗਾ, ਫਿਰ ਯੂਜੂਅਲੀ ਉਹ ਬਣਦੀ ਨਹੀਂ ਹੈਗੀ। ਪਰ ਅਗਲੇ ਕੋ ਤੂੰ ਤਾਂ ਪਹਿਲਾਂ ਹੀ ਸਾਈਨ ਕਰਾਉਣ ਲੱਗ ਪਿਆ। ਪਰ ਅੱਜ ਕੱਲ ਇਦਾਂ ਹੈ ਕਿ ਜੇ ਸਾਡੀ ਜੋ ਇੱਥੇ ਦੇ ਕੋਰਟ ਆ ਅੱਜ ਕੱਲ ਰੈਕਗਨਾਈਜ਼ ਕਰਨ ਲੱਗ ਪੈਂਦੇ, ਉਹਨਾਂ ਨੂੰ ਪਛਾਣਦੇ ਆ। ਹੁਣ ਅੱਗੇ ਨਹੀਂ ਸੀ ਪਛਾਣਦੇ ਇੰਨਾ, ਹੁਣ ਜ਼ਿਆਦਾ ਪਛਾਣਦੇ ਆ। ਫਰਜ਼ ਕਰੋ ਮੈਂ 60 ਈਅਰ ਹੋ, ਜਿੱਦਾਂ ਹੁਣ ਸਾਡੇ ਕਈ ਬਾਬਿਆਂ ਨੂੰ ਹੌਲ ਜਾ ਉੱਠਦਾ 60-65 ਸਾਲਾਂ ਵਿੱਚ ਕਿ ਅਸੀਂ ਜੀ ਵਿਆਹ ਕੇ ਲਿਆਉਣੀ, ਹੁਣ 25 ਸਾਲਾਂ ਦੀ 30 ਸਾਲਾਂ ਦੀ, ਕਿ ਅਸੀਂ ਹੁਣ ਜਵਾਨ ਹੋਣ ਲੱਗੇ ਆ ਮੁੜ ਕੇ। ਤੇ ਉਹਦੇ 'ਚ ਜੇ ਉਹਨਾਂ ਨੂੰ ਸ਼ੱਕ ਹੈ ਕਿ ਕੁੜੀ ਨੇ ਮੇਰੇ ਤੋਂ ਪੱਕੀ ਹੋ ਕੇ ਨੱਠ ਜਾਣਾ, ਉਹ ਤਾਂ ਕਰਾ ਸਕਦੇ ਮੇਰੇ ਖਿਆਲ ਉਹਦੇ ਵਿੱਚ। ਨਹੀਂ, ਯੂਜੂਅਲੀ ਬੈਨੀਫੀਸ਼ੀਅਲ ਆ, ਜਿਹਦੇ ਕੋਲ ਜ਼ਿਆਦਾ ਐਸੈਟਸ ਆ, ਜਿਹਦੇ ਕੋਲ ਜ਼ਿਆਦਾ ਪੈਸਾ ਆ, ਉਹਦੇ ਇੰਟਰਸਟ ਵਿੱਚ ਆ ਕਿ ਇਹ ਹੋਵੇ, ਕਿਉਂਕਿ ਤੁਸੀਂ ਫਿਰ ਇਦਾਂ ਹੈ ਕਿ ਤੁਸੀਂ ਉਹ ਪ੍ਰੋਟੈਕਟ ਕਰ ਸਕਦੇ ਹੋ, ਉਹਨੂੰ ਸਾਂਭ ਸਕਦੇ ਹੋ। ਉਹ ਵੈਲਿਡ ਹੈ ਇੱਥੇ ਐਗਰੀਮੈਂਟ? ਹਾਂ, ਇਦਾਂ ਹੈ ਕਿ ਲੀਗਲੀ ਬਾਈਂਡਿੰਗ ਨਹੀਂ ਹੈਗਾ, ਇਹ ਨਹੀਂ ਕਿ ਜੱਜ ਕਹੂਗੇ ਕਿ ਐਗਰੀਮੈਂਟ ਹੀ ਆ ਤਾਂ ਹੋਰ ਨਹੀਂ ਹੋਣਾ, ਇਹੀ ਹੋਣਾ। ਇਦਾਂ ਹੈ ਤੁਸੀਂ ਜੱਜ ਦਾ ਹੱਥ ਨਹੀਂ ਬੰਨ ਸਕਦੇ ਹੈਗੇ। ਇਹ ਆ ਕਿ ਜੱਜ ਅੱਜ ਕੱਲ ਮੰਨਦਾ ਕਿ ਦੇਖੋ ਜੇ ਐਗਰੀਮੈਂਟ ਬਣਾਈ ਹੈ, ਦੋਨਾਂ ਨੇ ਸਹੀ ਤਰੀਕੇ ਨਾਲ ਬਣਾਈ ਹੈ ਵਕੀਲਾਂ ਦੇ ਰਾਹੀਂ, ਇਹ ਨਹੀਂ ਕਿ ਲਾਵਾ ਵੇਲੇ ਤੁਸੀਂ ਲਿਖਾ ਲਓ, ਸਾਈਨ ਕਰਵਾ ਲਓ, ਇਦਾਂ ਨਹੀਂ ਕਰ ਸਕਦੇ, ਵਕੀਲਾਂ ਰਾਹੀਂ ਜੇ ਦੋਨੇ ਰਾਹੀਂ ਕਰੋ। ਤੇ ਇਦਾਂ ਹੈ ਕਿ ਅੱਜ ਕੱਲ ਜੱਜ ਕਾਫੀ ਮੰਨਦੇ ਇਸ ਐਗਰੀਮੈਂਟਾਂ ਨੂੰ। ਤੇ ਫਿਰ ਦੇਖਦੇ ਕਿ ਨੀਅਤ ਕੀ ਹੈ, ਇੰਟੈਂਸ਼ਨ ਕੀ ਹੈ ਪਾਰਟੀ ਦੀ। ਤੇ ਹਾਂਜੀ, ਤੇ ਜ਼ਰੂਰ ਅੱਜ ਕੱਲ ਇਦਾਂ ਕਈ ਕੇਸਿਸ ਦੇ ਵਿੱਚ ਇਦਾਂ ਵੀ ਹੈਗੇ ਕਿ ਐਗਰੀਮੈਂਟ ਦੇ ਹਿਸਾਬ ਨਾਲ ਹੀ ਫਿਰ ਉਹ ਡਿਵੋਰਸ ਵਿੱਚ ਉਹਨੂੰ ਮਿਲਦਾ, ਹੋਰ ਜ਼ਿਆਦਾ ਨਹੀਂ ਮਿਲਦਾ ਹੈਗਾ। ਤੇ ਇਹ ਨਾ ਕਿ ਮੇਰੇ ਕੋਲ 25 ਘਰ ਹੋਣ ਤੇ ਇੰਡੀਆ ਤੋਂ ਆ ਕੇ 2 ਸਾਲ ਰਹਿ ਕੇ ਨੱਠ ਜਾਵੇ, ਬਾਅਦ ਚ ਕਹੇ ਮੈਨੂੰ 12 ਘਰ ਦੇ ਜਾਂ 12.5 ਘਰ। ਹਾਂਜੀ, ਇਦਾਂ ਹੁੰਦਾ ਜੇ ਐਗਰੀਮੈਂਟ ਨਾ ਹੋਵੇ ਫਿਰ ਖਤਰਾ ਹੈਗਾ ਇਸ ਚੀਜ਼ ਦਾ। ਜੇ ਬੱਚੇ ਹੋਣ ਫਿਰ ਹੋ ਸਕਦਾ ਹੈ। ਸਾਈਨ ਕਰਾਈ ਲਓ ਭਰਾਵਾ, ਤੇ ਬੱਚੇ ਨਾ ਜਵਾਓ। ਜੇ ਤੁਹਾਨੂੰ ਸ਼ੱਕ ਹੈ ਕਿ ਵਹੁਟੀ ਹਸਬੈਂਡ ਨੇ ਨੱਠ ਜਾਣਾ, ਸਿੱਧੀ ਜੀ ਗੱਲ ਹੈ। ਤੇ
ਇੱਕ ਹੋਰ ਕਾਫੀ ਸੀਰੀਅਸ ਇਸ਼ੂ ਆ ਜੋ ਆਪਣੇ ਕਮਿਊਨਿਟੀ 'ਚ ਗੱਲ ਨਹੀਂ ਕਰੀ ਦੀ ਪਰ ਹੁੰਦਾ ਸਭ ਤੋਂ ਮੇਰੇ ਖਿਆਲ ਨਾਲ ਜ਼ਿਆਦਾ, ਉਹ ਹੈਗਾ ਡੋਮੈਸਟਿਕ ਵਾਇਲੈਂਸ ਦਾ ਜਾਂ ਮਾਰਕੁੱਟ ਇੱਕ ਰਿਲੇਸ਼ਨਸ਼ਿਪ ਵਿੱਚ ਹੈਗੀ ਆ। ਜੇ ਕਿਸੇ ਨਾਲ ਮਾਰਕੁੱਟ ਹੋ ਰਹੀ ਹੈ ਇਸ ਵੇਲੇ ਤੇ ਆਪਣੇ ਸਮਾਜ ਵਿੱਚ ਤਾਂ ਇਹੀ ਹੈ ਕਿ ਚੁੱਪ ਕਰਕੇ ਧੀਏ ਸਹਿ ਲਾ, ਕੋਈ ਗੱਲ ਨਹੀਂ, ਤੂੰ ਉੱਥੇ ਪੱਕੀ ਹੋ ਜਾ ਜਾਂ ਜੋ ਵੀ ਆ। ਇਸ ਸੂਰਤ ਹਾਲ 'ਚ ਕੀ ਕਰਨਾ ਚਾਹੀਦਾ ਇਫ ਯੂ ਸਫਰਿੰਗ ਡੋਮੈਸਟਿਕ ਵਾਇਲੈਂਸ? ਪਹਿਲੀ ਤਾਂ ਗੱਲ ਹੈ ਜਿਹੜੀਆਂ ਕੁੜੀਆਂ ਇੰਡੀਆ ਤੋਂ ਆਈਆਂ ਆ ਤੇ ਇਸ ਪੋਜੀਸ਼ਨ ਦੇ ਵਿੱਚ ਹੈਗੀਆਂ ਆ, ਕਈ ਮੇਰੇ ਕੋਲ ਆਉਂਦੀਆਂ ਜਿਹੜੀਆਂ ਪੱਕੀਆਂ ਨਹੀਂ ਹੁੰਦੀਆਂ ਹੈਗੀਆਂ ਕਿਉਂਕਿ ਹਸਬੰਡ ਨੇ ਪੱਕੀਆਂ ਨਹੀਂ ਕਰਾਉਂਦੇ। ਤੁਹਾਨੂੰ ਤਾਂ ਹਰਜਾਪ ਸਿੰਘ ਜ਼ਿਆਦਾ ਪਤਾ ਹੋਣਾ ਨਾ। ਤੇ ਮੈਂ ਇਹ ਕਹੂੰਗੀ ਤੁਹਾਨੂੰ ਵੀ ਪਤਾ ਕਿ ਕੰਸੈਸ਼ਨ ਜਾਂ ਡੋਮੈਸਟਿਕ ਵਾਇਲੈਂਸ ਦੀ ਕੰਸੈਸ਼ਨ ਵੀ ਹੈਗੀ ਜੋ ਲੇਡੀਜ਼ ਰਿਲਾਈ ਕਰ ਸਕਦੀਆਂ। ਪਰ ਇਦਾਂ ਹੈ ਕਿ ਜੇ ਤਾਂ ਲੇਡੀ ਨੂੰ ਸਬੂਤ ਚਾਹੀਦਾ ਹੈ ਕਿ ਉਹ ਉਹਨਾਂ ਦੇ ਨਾਲ ਇਹ ਹੱਤਿਆ ਹੁੰਦੀ ਆ ਘਰ ਦੇ ਵਿੱਚ, ਇਸ ਕਰਕੇ ਮੈਂ ਇਹ ਐਡਵਾਈਸ ਕਰੂੰਗੀ ਇੱਕ ਤਾਂ ਡਾਇਰੀ ਰੱਖਣ ਕਿ ਜੋ ਹੁੰਦਾ ਘਰ ਦੇ ਵਿੱਚ ਜੋ ਹੁੰਦਾ ਹੈ। ਡਾਇਰੀ ਰੱਖੀਏ ਕਿ ਪਰਸੋਂ ਮੇਰੇ ਥੱਪੜ ਮਾਰਿਆ ਸੀ, ਸੱਸ ਨੇ ਮੇਰਾ ਮਾਰਿਆ ਸੀ, ਕੋਈ ਰਿਕਾਰਡ ਹੋਵੇ। ਦੂਸਰੀ ਗੱਲ ਹੈ ਡਾਕਟਰ ਨੂੰ ਜਾ ਕੇ ਦੱਸੇ ਕਿ ਜੋ ਹੋਇਆ ਮੇਰੇ ਨਾਲ ਹੋਇਆ। ਜੇ ਸੱਟ ਵਗੈਰਾ ਲੱਗੀ ਆ ਜ਼ਰੂਰ ਡਾਕਟਰ ਨੂੰ ਦੱਸ ਦੇਣ ਕਿ ਇਦਾਂ ਹੋਈ ਹੈ। ਇਹ ਨਹੀਂ ਜ਼ਰੂਰੀ ਕਿ ਤੁਸੀਂ ਗਾਂ ਕੋਈ ਗੱਲ ਕਰਨੀ ਆ ਜਾਂ ਗਾਂ ਕੋਈ ਡਾਕਟਰ ਇਦਾਂ ਕੰਫੀਡੈਂਸ਼ੀਅਲ ਹੁੰਦਾ ਹੈ, ਕਿਸੇ ਨੂੰ ਨਹੀਂ ਦੱਸਦਾ ਹੈਗਾ ਕਿ ਇਹ ਗੱਲ ਹੋਈ। ਡਾਕਟਰ ਨੂੰ ਜ਼ਰੂਰ ਦੱਸੋ ਜੇ ਤੁਹਾਡੇ ਨਾਲ ਜ਼ਰੂਰ, ਜੇ ਤੁਹਾਡੇ ਕੁੱਟ ਪੈਂਦੀ ਹੈ, ਤੁਹਾਡੇ ਨੀਲ ਪਏ ਹੋ ਤਾਂ ਡਾਕਟਰ ਨੂੰ ਜ਼ਰੂਰ ਦੱਸੋ, ਦਿਖਾਓ, ਫੋਟੋ ਖਿੱਚੋ, ਰਿਕਾਰਡ ਬਣਾਓ ਆਪਣਾ। ਜੇ ਤੁਹਾਡੇ ਨਾਲ ਬਾਲੀ ਕੁੱਟਮਾਰ ਹੁੰਦੀ ਆ ਤੇ ਤੁਹਾਨੂੰ ਆਪਣੀ ਜਾਨ ਦਾ ਖਤਰਾ ਹੈ, ਤੁਹਾਨੂੰ ਪੁਲਿਸ ਨੂੰ ਸੱਦਣਾ ਚਾਹੀਦਾ ਉਸ ਵੇਲੇ। ਜ਼ਰੂਰ ਪੁਲਿਸ ਹੈਲਪ ਕਰੂਗੀ ਤੁਹਾਡੀ। ਤੇ ਇਦਾਂ ਹੈ ਤੁਹਾਨੂੰ ਹੋਰ ਏਜੰਸੀਜ਼ ਦੇ ਨਾਲ ਵੀ ਕੰਟੈਕਟ ਕਰਾਓਗੇ, ਜਿੱਦਾਂ ਵਿਮਨਸ ਏਡ ਆ ਜਿਹੜੀ ਲੇਡੀਜ਼ ਨੂੰ ਹਾਊਸਿੰਗ ਵੀ ਦਿੰਦੀ, ਘਰ ਵੀ ਦਿੰਦੀ ਆ, ਪੈਸੇ ਵੀ ਦਿੰਦੀ ਆ। ਕਈ ਏਜੰਸੀਜ਼ ਆ ਜੋ ਹੈਲਪ ਕਰ ਸਕਦੀਆਂ ਲੇਡੀਜ਼ ਨੂੰ ਇਸ ਸਿਚੁਏਸ਼ਨ ਦੇ ਵਿੱਚ। ਤੇ ਇਦਾਂ ਹੈ ਫਿਰ ਕੋਰਟ ਰਾਹੀਂ ਤੁਸੀਂ ਇੰਜੰਕਸ਼ਨ ਵੀ ਲੈ ਸਕਦੇ ਕਿ ਮੈਨੂੰ ਇਹ ਜੋ ਖਤਰਾ ਆ ਉਹ ਖਤਰਾ ਗਾ ਨਾ ਹੋਵੇ, ਮੇਰਾ ਹਸਬੈਂਡ ਮੇਰੇ ਲਾਗੇ ਨਾ ਆਵੇ। ਜਿਹੜੇ ਔਰਤਾਂ ਕੋ ਬੱਚੇ ਆ ਇੱਥੇ ਤੇ ਉਹਨਾਂ ਦੇ ਐਕਸ ਹਸਬੈਂਡ ਪੈਸੇ ਨਹੀਂ ਦੇ ਰਹੇ ਬੱਚਿਆਂ ਨੂੰ ਜਾਂ ਇਦਾਂ, ਉਹਨਾਂ ਨੂੰ ਕਿੱਦਾਂ ਅਸੀਂ ਦਵਾ ਸਕਦੇ ਕਿ ਹਰੇਕ ਮੈਨੂੰ ਲੱਗਦਾ ਮਾਤਾ ਪਿਤਾ ਦਾ ਫਰਜ਼ ਹੈ ਕਿ ਉਹ ਨਿਆਣਿਆਂ ਦੇ ਖਰਚਾ ਦੇਣ। ਉਹ ਤਾਂ ਇਹਦੇ ਵਿੱਚ is there some way to get them, force them to pay money for them, for the kids? ਹਾਂਜੀ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਚਾਈਲਡ ਸਪੋਰਟ ਏਜੰਸੀ ਦੇ ਰਾਹੀਂ ਤੁਸੀਂ ਬੱਚਿਆਂ ਲਈ ਅਪਲਾਈ ਕਰ ਸਕਦੇ ਹੈਗੇ ਖਰਚਾ। ਤੇ ਇਦਾਂ ਬੱਚਿਆਂ ਵਾਸਤੇ ਤਾਂ ਤੁਸੀਂ ਚਾਈਲਡ ਸਪੋਰਟ ਏਜੰਸੀ ਵਿੱਚ ਜਾਣਾ ਪੈਂਦਾ ਹੈ। ਪਰ ਜੇ ਤੁਸੀਂ ਜੇ ਵਾਈਫ ਨੇ ਕਹੇ ਮੈਨੂੰ ਵੀ ਖਰਚਾ ਦੇ, ਮੈਂ ਤਾਂ ਵਿਹਲੀ ਹਾਂ, ਕੋਰਟ ਦੇ ਰਾਹੀਂ ਜਦੋਂ ਤੁਸੀਂ ਡਿਵੋਰਸ ਕਰੋ ਤੁਸੀਂ ਕੋਰਟ ਦੇ ਰਾਹੀਂ ਵੀ ਅਪਲਾਈ ਕਰ ਸਕਦੇ ਹੈਗੇ। ਇਦਾਂ ਜ਼ਰੂਰੀ ਨਹੀਂ ਕਿ ਡਿਵੋਰਸ ਹੀ ਕਰਨਾ ਹੈ। ਤੁਸੀਂ ਜੇ ਮੈਰਿਡ ਹੀ ਆ ਤਾਂ ਤੁਹਾਨੂੰ ਲੱਗਦਾ ਤੁਹਾਡਾ ਹਸਬੈਂਡ ਤੁਹਾਨੂੰ ਖਰਚਾ ਨਹੀਂ ਦਿੰਦਾ ਹੈਗਾ, ਫਿਰ ਤੁਸੀਂ ਇਹ ਨਹੀਂ ਜ਼ਰੂਰੀ ਕਿ ਡਿਵੋਰਸ ਕਰਨਾ, ਤੁਹਾਨੂੰ ਉਦਾਂ ਵੀ ਤੁਸੀਂ ਕੋਰਟ ਰਾਹੀਂ ਅਪਲਾਈ ਕਰ ਸਕਦੇ ਖਰਚਾ। ਇੱਕ ਬਹੁਤ ਸ਼ਿਕਾਇਤ ਆਮ ਤੌਰ ਤੇ ਸੁਣੀ ਆ ਕਿ ਇੱਥੇ ਦਾ ਇੰਗਲੈਂਡ ਦਾ ਕਾਨੂੰਨ ਔਰਤ ਦੇ ਹੱਕ 'ਚ ਬਹੁਤ ਆ। All the dads say, all the blokes say that the law in relation to family law is in favour of the woman. How far is that true or not? I can't really say that to be the case. Yeah. Not because I'm a woman, because I respect the law and legally the statutes and the laws created on the basis of fairness and inequality. But do judges have a tendency to, I mean, put it this way, je main daddy haan, right? Te mere wife ko 2 ਨਿਆਣੇ ਆ ਤੇ ਆਮ ਤੌਰ ਤੇ ਉਹਨੂੰ ਕਸਟਡੀ ਵਾਈਫ ਨੂੰ ਹੀ ਮਿਲੂਗੀ ਕਿ ਬੱਚੇ ਮੰਮੀ ਨਾਲ ਹੀ ਰਹੂਗੇ। ਬਹੁਤ ਘੱਟ ਮੈਂ ਦੇਖਿਆ ਕਿ ਬੱਚੇ ਮੰਮੀ ਨਾਲ ਜਾਂ ਡੈਡੀ ਨਾਲ ਰਹਿੰਦੇ ਆ, ਅਨਲੈਸ ਮੰਮੀ ਬਿਲਕੁਲ ਡਰੱਗ ਖਾਂਦੀ ਆ ਜਾਂ ਉਹਦਾ ਸੁਭਾਅ ਗੰਦਾ ਆ ਜਾਂ ਘਰ 'ਚ ਬਿਲਕੁਲ ਨਿਆਣੇ ਨੂੰ ਮਾਰਦੀ ਕੁੱਟਦੀ ਆ। I usually ਫਰਜ਼ ਕਰੋ ਕਿ that the mum's okay and the dad's okay, and ਬੱਚੇ they'll always go to their mum usually. ਨਹੀਂ, ਇਹ ਹੁਣ ਇਦਾਂ ਅੱਜ ਕੱਲ ਜ਼ਰੂਰੀ ਨਹੀਂ ਹੈਗਾ ਕਿਉਂਕਿ ਸਾਰਾ ਕੁਝ ਬੱਚਿਆਂ ਦੇ ਵੈਲਫੇਅਰ ਦੇ ਹਿਸਾਬ ਨਾਲ ਹੁੰਦਾ ਹੈ। ਜੇ ਹਸਬੈਂਡ ਯੂਜੂਅਲੀ ਇਦਾਂ ਹੁੰਦਾ ਕਿ ਵਾਈਫ ਅਵੇਲੇਬਲ ਹੁੰਦੀ, ਉਹ ਕੰਮ ਨਹੀਂ ਕਰਦੀ ਹੁੰਦੀ, ਉਹ ਘਰ ਹੁੰਦੀ ਹੈ ਜਾਂ ਨਿੱਕੇ ਬੱਚੇ ਨੂੰ ਦੁੱਧ ਦਿੰਦੀ ਆਪਣਾ, ਤੇ ਫਿਰ ਤਾਂ ਕਰਕੇ ਤਾਂ ਬੱਚੇ ਲਈ ਬੈਟਰ ਹੈ ਕਿ ਮਮ ਦੇ ਨਾਲ ਰਵੇ ਤੇ ਜੋ ਹਸਬੈਂਡ ਹੈ ਉਹ ਕੰਮ ਕਰੇ ਤੇ ਵੀਕਐਂਡ ਤੇ ਦੇਖੇ। ਤੇ ਇਦਾਂ ਹੈ ਕਿ ਜੇ ਤਾਂ ਹਸਬੈਂਡ ਨਹੀਂ ਕੰਮ ਕਰਦਾ ਹੈਗਾ ਫਿਰ ਉਹਦਾ ਵੀ ਇਕੁਅਲ ਹੱਕ ਆ। ਤੇ ਅੱਜ ਕੱਲ ਇਦਾਂ ਹੈ ਸ਼ੇਅਰਡ ਰੈਜ਼ੀਡੈਂਸ ਵੀ ਅੱਜ ਕੱਲ ਜੱਜਸ ਕਾਫੀ ਬਣਾਉਂਦੇ ਆ ਕਿ ਬੱਚੇ ਜੋ ਹੈਗੇ ਆ ਪਾਰਟ ਆਫ ਦ ਵੀਕ ਜਾਂ ਪਾਰਟ ਆਫ ਦ ਰੂਟੀਨ ਵਾਈਫ ਮਦਰ ਦੇ ਨਾਲ ਰਹਿਣ ਤੇ ਪਾਰਟ ਆਫ ਦ ਵੀਕ ਜਾਂ ਰੂਟੀਨ ਜੋ ਹੈਗੀ ਆ ਉਹ ਫਾਦਰ ਦੇ ਨਾਲ। ਇਦਾਂ ਹੈ ਕਿ ਇਦਾਂ ਨਹੀਂ ਕਿ ਲੋ ਜਿਹੜਾ ਹੈਗਾ ਸਿਰਫ ਵਾਈਫ ਦੇ ਹੱਕ ਦੇ ਵਿੱਚ। ਇਦਾਂ ਤਾਂ ਸੋਚਦੇ ਲੋਕੀ ਕਿਉਂਕਿ ਜੇ ਨਿੱਕੇ ਬੱਚੇ ਆ ਉਹਨਾਂ ਨੂੰ ਮਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ। ਤੇ ਜੇ ਬੱਚਾ ਆਪ ਕਹੇ ਕਿ ਮੈਂ ਡੈਡੀ ਨਾਲ ਰਹਿਣਾ, ਜੋ ਇਦਾਂ ਨਹੀਂ ਕਹਿ ਸਕਦਾ ਜੱਜ। ਇਦਾਂ ਹੈ ਕਿ 10 ਸਾਲ ਦਾ ਬੱਚਾ ਉਹ ਕਹਿੰਦਾ ਨਹੀਂ ਮੈਂ ਮੰਮੀ ਨਾਲ ਰਹਿਣਾ, ਨਹੀਂ ਮੈਂ ਡੈਡੀ ਨਾਲ ਰਹਿਣਾ, ਜਾਂ ਕੋਰਟ ਉਹਦੀ ਸੁਣੂਗਾ ਜਾਂ ਨਹੀਂ? ਇਦਾਂ ਹੈ ਕਿ ਕੋਰਟ ਦਾ ਜਿਹੜਾ ਸਿਸਟਮ ਆ ਉਹ ਬੱਚੇ ਨੂੰ ਜ਼ਰੂਰ ਸੁਣਦਾ ਹੈਗਾ, ਪਰ ਜਿਹੜੀ ਬੱਚੇ ਦੀ ਵੌਇਸ ਆ ਉਹ ਡਿਟਰਮਿਨ ਨਹੀਂ ਕਰਦੀ। ਇਹ ਨਹੀਂ ਕਿ ਉਹ ਬੱਚਾ ਕਹਿੰਦਾ ਹੈ ਤਾਂ ਉਹੀ ਜੱਜ ਕਰੂਗਾ। ਇਹ ਆ ਉਹ ਜੱਜ ਟੇਕ ਇਨਟੂ ਅਕਾਊਂਟ ਕਰਦਾ ਹੈਗਾ ਉਹ ਜੋ ਬੱਚੇ ਦੀ ਵਿਊਜ਼ ਆ ਉਹ ਸਮਝੂਗਾ, ਪਰ ਇਹ ਨਹੀਂ ਕਿ ਬੱਚਾ ਜੋ ਕਹਿੰਦਾ ਉਹੀ ਹੋਣਾ ਹੈ। ਬੱਚੇ ਦੇ ਵਿਊਜ਼ ਜ਼ਰੂਰ ਉਹ ਸੋਚੂਗਾ, ਪਰ ਇਹ ਸੋਚੂਗਾ ਕਿ ਬੱਚੇ ਲਈ ਗੁੱਡ ਕੀ ਆ।
ਕਿ ਬੱਚੇ ਦੇ ਫਾਇਦੇ ਲਈ ਬੱਚੇ ਲਈ ਫਾਇਦੇ ਲਈ ਕੀ ਹੈ ਜਾਣੀ ਕਿਉਂਕਿ ਬੱਚਾ ਤਾਂ ਬੱਚਾ ਹੈ, ਉਹਨੂੰ ਨਹੀਂ ਪਤਾ ਕਿ ਉਹਦੇ ਲਈ ਕੀ ਚੰਗਾ ਕੀ ਪਰ ਨਹੀਂ ਬੱਚੇ ਦੀ ਮਰਜ਼ੀ ਇਦਾਂ ਸੋ ਇਟਸ ਨਾਟ ਨੈਸੈਸਰੀ ਹੈ ਨਾ ਜਿੰਨਾ the kid says ਕਿ ਜੇ ਬੱਚਾ ਕਹਿੰਦਾ ਕਿ ਹਾਂ ਮੈਂ ਡੈਡੀ ਨਾਲ ਹੀ ਰਹਿਣਾ, ਮੈਂ ਮੰਮੀ ਨੂੰ ਲੈ ਕੇ ਨਹੀਂ ਕਰਦਾ, ਪਰ ਇਹ ਬਹੁਤ ਘੱਟ ਨਿਆਣੇ ਕਹਿੰਦੇ ਜੇ ਜਾਂ ਤਾਂ ਮੰਮੀ ਨੇ ਨਿਆਣਾ ਹੱਥ 'ਚ ਕੀਤੇ ਜੇ ਤਾਂ ਨਿਆਣਾ ਵੱਡਾ ਨਿੱਕਾ ਆ ਫਿਰ ਉਹਨੇ ਤਾਂ ਉਹਨੂੰ ਕੌਣ ਸੁਣਨਾ ਪਿਆ, ਉਹਨੂੰ ਕਹਿਣਾ ਵੱਡੇ ਨਿਆਣੇ ਦਾ ਸ਼ਾਇਦ ਜੇ ਬੱਚਾ ਸਮਝਦਾ ਸਕੂਲ ਜਾ ਤੂੰ ਸਮਝਦਾਰੀ ਤੇ ਆ ਡਿਪੈਂਡ ਕਿ ਬੱਚਾ ਜੇ ਸਮਝਦਾਰ ਆ ਵੱਡਾ ਆ ਫਿਰ ਉਹਦੀ ਵੌਇਸ ਜਿਹੜੀ ਹੈਗੀ ਉਹ ਜ਼ਿਆਦਾ ਸੁਣਦੇ ਆ ਕੋਰਸ ਪਰ ਇਹਦੇ ਆ ਕਿ ਸਿਚੁਏਸ਼ਨ ਤੇ ਡਿਪੈਂਡ ਹੁੰਦਾ ਹੈ ਤੁਸੀਂ ਵਕੀਲ ਤੋਂ ਜਾ ਕੇ ਐਡਵਾਈਸ ਲਓ ਉਹ ਸਾਰਾ ਕੁਝ ਤੁਹਾਨੂੰ ਵਕੀਲ ਦੱਸੇਗਾ ਤੁਹਾਨੂੰ ਸਾਰਾ ਕੁਝ ਸਮਝਾਊਗਾ ਕਿ ਸਿਚੁਏਸ਼ਨ ਤੇ ਕੀ ਹੋਣਾ ਚਾਹੀਦਾ ਹੈ ਗੁਰਜੀਤ ਤੇ ਪਰ ਮੈਂ ਇਹੀ ਸੋਚ ਇੱਕ ਜ਼ਰੂਰ ਗੱਲ ਕਹਿਣੀ ਹੈ ਕਿ ਤੁਸੀਂ ਇਹ ਆ ਕਿ ਬੱਚਿਆਂ ਨੂੰ ਬ੍ਰੇਨ ਵਾਸ਼ ਨਾ ਟਰਾਈ ਕਰੋ ਕਹਿਣ ਨੂੰ ਕਿ ਬਈ ਬੱਚਿਓ ਤੁਸੀਂ ਆਹ ਕਹੋ ਕਿ ਮੰਮੀ ਨਾਲ ਰਹਿਣਾ ਹੈ ਬੱਚੇ ਨੂੰ ਆਪਣੇ ਆਪ ਹੀ ਆਪਣੇ ਜੋ ਹੈਗੇ ਆ ਨਾ ਅਸੀਂ ਪਹਿਲਾਂ ਹੀ ਨਿਆਣਿਆਂ ਨੂੰ ਸਿਖਾ ਦਿੰਦੇ ਆ ਕਿ ਤੂੰ ਕਹਿ ਕਿ ਤੇਰਾ ਡੈਡੀ ਬੈਡ ਹੈ, ਤੇਰਾ ਡੈਡੀ ਬੈਡ ਹੈ, ਤੂੰ ਕਹਿ ਬਿਲਕੁਲ ਤਾਂ ਉਹ ਵਿਚਾਰਾ ਜਦੋਂ 2 ਘੰਟੇ ਡੈਡੀ ਮਿਲਦਾ ਵੀ ਉਹ ਗਾਲਾਂ ਹੀ ਕੱਢਦਾ ਰਹਿੰਦਾ ਨਿਆਣਾ ਕਿ ਤੂੰ ਮੇਰੀ ਮੰਮੀ ਨਾਲ ਆ ਕੀਤਾ ਚਲੋ ਹੁਣ ਅਸੀਂ ਆਨੇ ਕਾਲਰ ਨਾਲ ਕਿਉਂਕਿ ਟਾਈਮ ਬਹੁਤ ਥੋੜਾ ਆ ਤਾਂ ਦੇਖਦੇ ਆ ਗੱਲਬਾਤ ਕਰਦੇ ਆ ਹੈਲੋ 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 हेलो जी हेलो जी हाँ जी हेलो जी कुछ बोलो जी हेलो हाँ जी हाँ जी ਤੁਸੀਂ ਕੁਝ ਬੋਲੋ हेलो भाजी ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਮੈਨੂੰ ਲੱਗਦਾ ਕੱਟ ਹੋ ਗਿਆ ਇਹ ਤਾਂ ਹੈਲੋ ਹੈਲੋ ਤੋਂ ਨਹੀਂ ਪਾਸ ਹੁੰਦੇ ਸੀਗੇ ਤੇ ਆਪਣੇ ਬੰਦੇ ਬਾਅਦ ਚ ਕਹਿੰਦੇ ਜੀ ਅਸੀਂ ਡਿਵੋਰਸ ਕਰਾਉਣੇ ਆ ਕਿ ਦੇਖੋ ਕਿ ਜਦੋਂ ਵੀ ਇਹ ਡਿਵੋਰਸ ਦਾ ਟੌਪਿਕ ਆਉਂਦਾ ਹੈ ਵੈਰੀ ਸੈਂਸਿਟਿਵ ਟੌਪਿਕ ਹੈ ਆਪਣੇ ਬੰਦੇ ਗੱਲ ਨਹੀਂ ਕਰਨਾ ਚਾਹੁੰਦੇ ਇਹਦੇ ਬਾਰੇ ਆਪ ਭਾਵੇਂ 4 ਡਿਵੋਰਸ ਕਰਾਏ ਹੁੰਦੇ ਹਰ ਤੀਆ ਬੰਦਾ ਮੈਂ ਦੇਖਣਾ ਡਿਵੋਰਸ ਹੁੰਦਾ ਅੱਜ ਕੱਲ ਬਟ ਨਾ ਗੱਲ ਨਹੀਂ ਕਰਨਾ ਚਾਹੁੰਦੇ ਚਲੋ ਹੈਲੋ ਹੈਲੋ हेलो ਹੈਲੋ ਹਾਂਜੀ ਹੈਲੋ You've been placed on hold. ਚਲੋ ਇਹ ਤਾਂ ਸਾਨੂੰ ਹੀ ਹੋਲਡ ਤੇ ਰੱਖ ਦਿੱਤਾ ਨਿਆਣੇ ਹੀ ਨਹੀਂ ਸਾਂਭ ਹੁੰਦੇ ਪਹਿਲਾਂ ਜਮਾ ਲਓ ਬਾਅਦ ਸਾਂਭ ਨਹੀਂ ਹੁੰਦੇ ਨਾਪੀਆਂ ਲਾਈ ਜਾਓ ਬਾਅਦ ਚ ਪਹਿਲਾਂ ਨਿਆਣੇ ਸਾਂਭ ਲਓ ਭਰਾਵਾ ਹਾਂ ਬਾਅਦ ਫੋਨ ਲਾਓ ਤੇ ਉਹ ਨਿਆਣੇ ਪਿੱਛੇ ਰਾਟ ਪਈ ਜਾਵੇ ਇਹ ਇਦਾਂ ਦਾ ਟੌਪਿਕ ਆ ਕਿ ਲੋਕ ਚਾਹੁੰਦੇ ਨਹੀਂ ਕਿ ਜੇ ਗੱਲ ਕਰੇ ਜਦੋਂ ਹੁਣ ਚਲੋ ਤੁਹਾਡਾ ਫਾਇਦਾ ਇਹ ਆ ਕਿ ਚਲੋ ਆਪਣੀ ਜੋ ਭੈਣਾਂ ਹੈਗੀਆਂ ਘਰ ਹੈਗੀਆਂ ਉਹ ਤੁਹਾਡੇ ਨਾਲ ਪੰਜਾਬੀ 'ਚ ਤੇ ਘੱਟੋ ਘੱਟ ਗੱਲ ਕਰ ਸਕਦੇ ਆ ਤੇ ਇਹਦੇ ਵਿੱਚ ਇਹ ਫਾਇਦਾ ਆ ਤੇ ਤੁਸੀਂ ਜ਼ਿਆਦਾ ਦੇਖ ਰਹੇ ਕਿ ਡਿਵੋਰਸ ਜ਼ਿਆਦਾ ਇਨਕਰੀਜ਼ ਹੋ ਰਿਹਾ ਸਾਡੀ ਕਮਿਊਨਿਟੀ ਵਿੱਚ ਨਹੀਂ ਪਹਿਲੀ ਤਾਂ ਗੱਲ ਮੈਂ ਇਹ ਕਹੂੰਗੀ ਕਿ ਜੇ ਤੁਸੀਂ ਵਕੀਲ ਕੋ ਆਓਗੇ ਤਾਂ ਤੁਹਾਡੀ ਡਿਵੋਰਸ ਬਾਰੇ ਗੱਲ ਕਰੋਗੇ ਤੇ ਸਾਰਾ ਕੁਝ ਕੰਫੀਡੈਂਸ਼ੀਅਲ ਹੈ ਇਦਾਂ ਕਿ ਅਸੀਂ ਉਹ 4 ਇਹ ਨਹੀਂ ਕਿ ਤੂੰ ਗੁਰਦੁਆਰੇ ਜਾ ਕੇ ਦੱਸ ਦੇਣਾ ਸਾਰਿਆਂ ਨੂੰ ਕਿ ਫਲਾਣਾ ਦਾ ਡਿਵੋਰਸ ਕਰਨ ਲੱਗੀ ਹੈ ਨਹੀਂ ਜੀ 4 ਦੀਵਾਰੀਆਂ ਤੋਂ ਬਾਹਰ ਅਸੀਂ ਗੱਲ ਨਹੀਂ ਕਰ ਸਕਦੇ ਹੈਗੇ ਐਕਚੁਅਲੀ ਲੀਗਲੀ ਬਾਉਂਡ ਹੈ ਬਾਈਂਡਿੰਗ ਹੈ ਅਸੀਂ ਗੱਲ ਨਹੀਂ ਕਰ ਸਕਦੇ ਕੇਸ ਬਾਰੇ ਤੇ ਇਦਾਂ ਹੈ ਕਿ ਹੁਣ ਮੈਨੂੰ ਤਕਰੀਬਨ 12-13 ਸਾਲ ਹੋਏ ਆ ਮੈਟਰੀਮੋਨੀਅਲ ਕੇਸਿਸ ਕਰਦੇ ਪਹਿਲਾਂ ਤੁਸੀਂ ਮੈਨੂੰ ਖਿਆਲ ਸਲੋ ਚ ਹੁੰਦੇ ਸੀਗੇ ਹਾਂਜੀ ਸਲੋ ਚ ਕੰਮ ਕਰਦੇ ਹੋ ਸਲੋ ਵਾਲੀਆਂ ਤਾਂ ਪਛਾਣਦੀਆਂ ਹੋਣੀਆਂ ਤੇ ਆਪ ਗੁਰਜੀਤ ਕੌਰ ਨੇ ਸਾਡਾ ਕੇਸ ਕੀਤਾ ਸੀਗਾ ਹਾਂਜੀ ਹਾਂ ਤਾਂ ਹੁਣ ਤੁਸੀਂ ਵਿਆਹ ਕੇ ਮੈਨੂੰ ਲੱਗਦਾ ਬਰਮਿੰਗਮ ਚਲੇ ਗਏ ਚਲੋ ਤੇ ਇਦਾਂ ਹੈ ਕਿ ਇਨਕਰੀਸ ਤਾਂ ਹੈਗਾ ਹੈ ਕਿਉਂਕਿ ਕਾਫੀ ਆਪਣੇ ਜੋ ਹੈਗੇ ਆ ਸਿੱਖ ਹਿੰਦੂ ਮੁਸਲਿਮ ਆਉਂਦੇ ਆ ਸਾਡੇ ਕੋਲ ਤੇ ਕੇਸਿਸ ਆਉਂਦੇ ਹੈਗੇ ਸੋ ਇਟਸ ਔਨ ਦੀ ਅਪ ਜਨਰਲੀ ਇੱਕ ਗਰੀਤ ਮੈਨੂੰ ਗੱਲ ਦੱਸ ਇੱਕ ਮੈਨੂੰ ਬਹੁਤ ਫਨੀ ਗੱਲ ਹੁੰਦੀ ਕਿ ਲੋਕ ਬਿਨਾਂ ਡਿਵੋਰਸਾਂ ਤੋਂ ਹੀ ਵਿਆਹ ਕਰੀ ਜਾਂਦੇ ਇੰਡੀਆ ਕੇ ਇੱਥੇ ਵਿਆਹੇ ਹੁੰਦੇ ਆ ਉਹ ਕਹਿੰਦੇ ਨਹੀਂ ਭਰਾਵਾ ਮੈਂ ਫੇਰੇ ਲੈ ਲਿਆ ਡਿਵੋਰਸ ਇਹਦਾ ਕੀ ਹੁੰਦਾ ਉਹ ਸਿਸਟਮ ਦੇ ਇਹ ਵੀ ਕਈ ਮੈਂ ਕੇਸਿਸ ਦੇਖੇ ਆ ਕਿ ਪਾਕਿਸਤਾਨ ਜਾ ਕੇ ਨਿਕਾਹ ਕਰ ਦਿੰਦੇ ਆ ਜਾਂ ਇੰਡੀਆ ਜਾ ਕੇ ਲਾਵਾ ਕਰ ਲੈਂਦੇ ਤਾਂ ਇੱਥੇ ਆਲਰੇਡੀ ਰਜਿਸਟਰੀ ਹੁੰਦੀ ਆ ਤਾਂ ਮੈਂ ਇਹੀ ਕਹੂੰਗੀ ਪਹਿਲੀ ਤਾਂ ਗੱਲ ਹੈ ਕਿ ਤੁਸੀਂ ਇਸ ਕੰਟਰੀ ਵਿੱਚ 2 ਵਿਆਹ ਨਹੀਂ ਕਰ ਸਕਦੇ ਹੈਗੇ ਇੱਥੇ ਨਹੀਂ 2 ਰੱਖ ਸਕਦੇ ਹਾਂਜੀ ਤੇ ਕਈ ਸੋਚਦੇ ਕਿ ਇੰਡੀਆ ਲਾਵਾ ਕਰ ਲਿਆ ਤਾਂ ਉਹ ਤਾਂ ਵਿਆਹ ਨਹੀਂ ਰੈਕਗਨਾਈਜ਼ ਕਰਦੇ ਪਰ ਇਹ ਬਿਲਕੁਲ ਗਲਤ ਹੈ ਉਹ ਜੋ ਇੰਡੀਆ ਦੇ ਵਿੱਚ ਜਦੋਂ ਚੌਥੀ ਲਾਭ ਹੋ ਜਾਂਦੀ ਆ ਤਾਂ ਹਿੰਦੂ ਮੈਰਿਜ ਐਕਟ ਦੇ ਹਿਸਾਬ ਦੇ ਨਾਲ ਉਹ ਮੈਰਿਜ ਰੈਕਗਨਾਈਜ਼ ਇੰਡੀਆ ਵਿੱਚ ਕਰਦੇ ਆ 4 ਲਾਵਾ ਹੋ ਗਿਆ ਤਾਂ ਵਿਆਹ ਹੋ ਗਿਆ ਸਾਨੂੰ ਗੁਰਦੁਆਰੇ ਸਰਟੀਫਿਕੇਟ ਮਿਲਦਾ ਹੈ ਵਿਆਹ ਦਾ ਹਾਂਜੀ ਤਾਂ ਜੇ ਨਹੀਂ ਵੀ ਸਰਟੀਫਿਕੇਟ ਮਿਲਦਾ ਡਸਨਟ ਮੈਟਰ ਤਾਂ ਵਿਆਹ ਤਾਂ ਹੋ ਗਿਆ ਨਾ ਵਿਆਹ ਹੋ ਗਿਆ ਤੇ ਜੇ ਹੁਣ ਭਲ ਕੇ ਇੱਥੇ ਤੁਹਾਡੀ ਜਿਹੜੀ ਆਹੋ ਇਦਾਂ ਦਾ 20 ਕਰਾਈ ਆ ਮੈਂ 25 ਕਰਾਵਾਂ ਸਾਲ ਦੇ ਵਿਆਹ ਵਾਈਫ ਕਹੇ ਕਿ ਬਈ ਮੇਰੇ ਕੋਲ ਲਾਵਾਂ ਦੀ ਉਹ ਪਿਕਚਰ ਹੈਗੀ ਆ ਜਾਂ ਕਾਰਡ ਹੈਗਾ ਆ ਫਿਰ ਤੁਸੀਂ 2 ਵਿਆਹ ਕਰ ਲਿਆ ਇੱਥੇ ਦੀ ਲਾਅ ਰੈਕਗਨਾਈਜ਼ ਕਰਦੀ ਆ ਕਿ ਇੰਡੀਆ ਵਿੱਚ ਲਾਵਾਂ ਕੀਤੀਆਂ ਜਾਂ ਪਾਕਿਸਤਾਨ ਵਿੱਚ ਟਰਬਲ ਪੈ ਸਕਦੀ ਹੈ ਬਹੁਤ ਟਰਬਲ ਪੈ ਸਕਦੀ ਪੁਲਿਸ ਤੁਹਾਨੂੰ ਕੇਸ ਬਣ ਜਾਂਦਾ ਹੈ ਬਿਗਮੀ ਦਾ ਕੇਸ ਬਣਦਾ ਕ੍ਰਿਮੀਨਲ ਐਕਟ ਆ ਇਹ ਤੁਸੀਂ ਇਹ ਇਦਾਂ ਹੈ ਕਿ ਜ਼ੁਲਮ ਆ ਤੁਸੀਂ 2 ਵਿਆਹ ਨਹੀਂ ਕਰ ਸਕਦੇ ਭਾਵੇਂ ਤੁਸੀਂ ਹੋਰ ਕੰਟਰੀ ਵਿੱਚ ਜਾ ਕੇ ਕੀਤੇ ਆ ਜੇ ਤੁਸੀਂ ਕਿਸੇ ਵੀ ਕੰਟਰੀ ਵਿੱਚ ਜਾ ਕੇ ਉਸ ਲਾਅ ਦੇ ਹਿਸਾਬ ਨਾਲ ਵਿਆਹ ਕੀਤਾ ਆ ਲਾਵਾਂ ਕੀਤੀਆਂ ਤਾਂ ਉਸ ਇਦਾਂ ਕਿ ਇੱਥੇ ਲਾਵਾਂ ਕਰਨੀਆਂ ਹੋਰ ਗੱਲ ਹੈ ਪਰ ਜੇ ਇੰਡੀਆ ਵਿੱਚ ਲਾਵਾਂ ਕੀਤੀਆਂ ਉਹ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਰੈਕਗਨਾਈਜ਼ ਕਰਦੇ ਇੱਥੇ ਲਾਵਾਂ ਅਸੀਂ ਰੈਕਗਨਾਈਜ਼ ਨਹੀਂ ਕਰਦੇ ਆ ਵੀ ਕੰਮ ਆਪਣੇ ਬੰਦੇ ਬਹੁਤ ਕਰਦੇ
ਤੇ ਹੁਣ ਅਸੀਂ ਕਾਲਰ ਵੱਲ ਜਾਂਦੇ ਹਾਂ। ਹੈਲੋ 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 ਮੈਨੂੰ ਲੱਗ ਰਿਹਾ ਡਰਦੇ ਸਾਰੇ ਕਿਉਂਕਿ ਚਾਹੁੰਦੇ ਨਹੀਂ ਕਿ ਡਿਵੋਰਸ ਜਾਂ ਕੋਈ ਟੈਕਨੀਕਲ ਡਿਫਿਕਲਟੀ ਹੈ ਜਾਂ ਕੋਈ ਟੈਕਨੀਕਲ ਡਿਫਿਕਲਟੀ ਆ। ਸਾਡੇ MATV ਵਾਲੇ ਕੁਛ ਨਾ ਕੁਛ ਕਰੀ ਜਾਂਦੇ ਹੁੰਦੇ ਹਰੇਕ ਵਾਰੀ। ਤੇ ਕਿਉਂਕਿ ਇੱਕ ਹੋਰ ਮੈਨੂੰ ਗੱਲ ਦੱਸ ਕਿ ਜਿਹੜੇ ਹੁਣ ਆਪਣੇ ਬੰਦੇ ਕੰਟਰੈਕਟ ਮੈਰਿਜ ਐਂਟਰ ਕਰਦੇ ਇੱਥੇ ਸਿਰਫ ਸਟੇ ਲੈਣ ਲਈ ਵਗੈਰਾ ਦੇ, ਤੈਨੂੰ ਆਪਣੇ ਕਮਿਊਨਿਟੀ 'ਚ ਤਾਂ ਬਹੁਤ ਆ ਕਿ ਜੀ ਵਿਆਹ ਕਰ ਲਓ, ਕੋਈ ਗੱਲ ਨਹੀਂ, ਪੱਕੇ ਹੋ ਜਾਓ, ਉਸ ਤੋਂ ਬਾਅਦ ਅਸੀਂ ਦੇਖਾਂਗੇ। ਕਿਆ ਇਹਦੇ ਵਿੱਚ ਜਿੱਦਾਂ ਇਹ ਕੰਮ ਹੈਗਾ ਤਾਂ ਗਲਤ, ਸਾਨੂੰ ਪਤਾ ਹੈ, ਰਾਈਟ, ਇਟਸ ਚੰਗਾ ਤਾਂ ਹੈ ਨਹੀਂ ਇਹਦੇ ਵਿੱਚ, ਪਰ ਇਹਦੇ ਵਿੱਚ ਕੋਈ ਕੇਸਿਸ ਅਰਾਈਜ਼ ਹੁੰਦੇ ਆ ਇਹਦੇ ਵਿੱਚ ਵੀ ਪ੍ਰਾਪਰਟੀ ਦਾ ਕਲੇਮ ਵਗੈਰਾ ਪੈ ਸਕਦਾ ਜਾਂ ਨਹੀਂ ਤੁਹਾਡੇ ਤੇ? ਜ਼ਰੂਰ, ਜੇ ਤਾਂ ਤੁਸੀਂ ਮੈਰਿਜ ਕੀਤੀ ਆ ਤਾਂ ਉਹ ਇੱਥੇ ਮੈਰਿਜ ਰੈਕਗਨਾਈਜ਼ ਕਰਦੇ ਆ। ਜਿੱਦਾਂ ਜੇ ਤੇ ਰਜਿਸਟਰੀ ਦੇ ਥਰੂ ਹੋਇਆ ਫਿਰ ਤਾਂ ਮੈਰਿਜ ਰੈਕਗਨਾਈਜ਼ ਹੋਈ। ਇਹਦਾ ਪਹਿਲਾਂ ਹੀ ਲਿਖਾ ਲਵੇ, ਅਗਲੇ ਤਾਂ ਕਰੇ ਹੀ ਨਾ, ਜੇ ਕਰਨਾ ਤਾਂ ਫਿਰ ਲਿਖਾ ਲਵੇ ਪਹਿਲਾਂ। ਜਿੱਦਾਂ ਜ਼ਰੂਰ ਵਾਈਫ ਕਰ ਸਕਦੀ ਕਲੇਮ, ਕਿਉਂਕਿ ਉਹ ਇੱਥੇ ਦੇ ਲਾਅ ਦੇ ਹਿਸਾਬ ਨਾਲ ਵਾਈਫ ਆ ਤੁਹਾਡੀ, ਤੇ ਉਹ ਜੋ ਵੀ ਹੱਕ ਇੱਥੇ ਮਿਲਦੇ ਉਹ ਲੈ ਸਕਦੀ ਆ। ਤੇ ਤੁਸੀਂ ਕੋਰਟ ਨੂੰ, ਹਸਬੰਡ ਨੇ ਜਾ ਕੇ ਜੇ ਗਲਤ ਕੰਮ ਕੀਤਾ ਉਹਨੇ ਤਾਂ ਨਹੀਂ ਕਹਿਣਾ ਜੱਜ ਨੂੰ ਕਿ ਕੰਟਰੈਕਟ ਮੈਰਿਜ ਸੀਗਾ, ਕਿਉਂਕਿ ਫਿਰ ਤੁਹਾਡੀ ਗੁੱਡ ਪੁਆਇੰਟ। ਮੇਰੇ ਕੋਲ ਪੁਆਇੰਟ ਹੈ, ਫਰਜ਼ ਕਰੋ ਮੈਂ ਵਿਲ ਕਰਦਾ, ਆ ਡੂ ਅ ਵਿਲ, ਰਾਈਟ, ਤਾਂ ਮੇਰੀ ਵਾਈਫ ਮੇਰੇ ਨਾਲ ਰਹਿੰਦੀ 25 ਸਾਲ, ਨਾ ਸਹੀ, ਇਹਨੂੰ ਕੱਖ ਨਹੀਂ ਮਿਲਣਾ ਚਾਹੀਦਾ। ਇਵਨ ਨਾ ਵਿਚਾਰੀ ਉਹ ਭਾਂਡੇ ਮਾਂਜਦੀ ਰਹੀ 25 ਸਾਲ, ਮੇਰੀ ਰੋਟੀ ਬਣਾਉਂਦੀ ਰਹੀ, ਹੂਬਰ ਕਰਦੀ ਰਹੀ, ਢੂਹੀ ਰਹਿ ਗਈ ਹੋਗੀ ਵਿਚਾਰੀ ਦੀ, ਤੇ ਮੈਂ ਕਹਾਂ ਵਸੀਅਤ 'ਚ ਮੇਰੇ ਮਰੇ ਤੋਂ ਬਾਅਦ ਕੁਛ ਨਹੀਂ ਇਹਨੂੰ ਮਿਲਣਾ ਚਾਹੀਦਾ, ਉਹ ਚੈਲੰਜ ਹੋ ਸਕਦਾ ਜਾਂ ਨਹੀਂ? ਕਿੱਦਾਂ ਜਾਂ ਵਾਈਫ ਦਾ ਕੋਈ ਸ਼ੱਕ ਬਣਦਾ ਕਿ ਉਹ ਵਿਚਾਰੀ ਨੇ ਇੰਨਾ ਚਿਰ ਕੰਮ ਕੀਤਾ ਤਾਂ ਐ ਤਾਂ ਬੰਦਾ ਖਾ ਪੀ ਕੇ ਮਰ ਕੇ ਗਿਆ ਕਿ ਬਈ ਮੇਰੇ ਨਿਆਣਿਆਂ ਨੂੰ ਮਿਲਣਾ ਚਾਹੀਦਾ, ਇਹਨੂੰ ਮਿਲਣਾ ਨਹੀਂ ਚਾਹੀਦਾ ਕੁਛ? ਪਹਿਲੀ ਤਾਂ ਗੱਲ ਹੈ, ਜੇ ਤਾਂ ਤੁਸੀਂ ਹੈਲਥੀ ਆ ਤੇ ਤੁਸੀਂ ਮਨ ਨਹੀਂ ਲੱਗੇ ਹੈਗੇ, ਤੇ ਜਿਹੜੀ ਵਿਲ ਆ ਉਹ ਉਨੇ ਚਿਰ ਨਹੀਂ ਇਫੈਕਟਿਵ ਹੈਗੀ ਜਿੰਨੇ ਚਿਰ ਤੁਸੀਂ ਮਤਲਬ ਮਰ ਨਹੀਂ ਗਏ ਹੈਗੇ ਜਾਂ ਪਾਸ ਨਹੀਂ ਹੋ ਗਏ ਹੈਗੇ। ਇਸ ਕਰਕੇ ਜੋ ਵੀ ਤੁਹਾਡਾ ਜ਼ਮੀਨ ਜਾਇਦਾਦ ਹੈਗੀ ਉਹ ਤੁਹਾਡੇ ਨਾਂ ਦੇ ਵਿੱਚ ਹੀ ਆ। ਸੋ ਵਾਈਫ ਡਸਨਟ ਮੈਟਰ ਵਿਲ ਹੈਗੀ ਆ, ਵਾਈਫ ਉਹ ਹੱਕ ਉੱਤੇ ਜੀਂਦੇ ਜੀ ਕਰ ਸਕਦੀ ਵਾਈਫ ਹੱਕ ਆਪਣੇ ਘਰ ਤੇ? ਹਾਂਜੀ, ਜੇ ਹਸਬੰਡ ਜਿੰਦਾ ਆ ਤੇ ਉਹਦੇ ਭਾਵੇਂ ਉਹਨੇ ਵਸੀਅਤ ਬਣਾਈ ਕਿ ਮੇਰੇ ਭੂਆ ਨੂੰ ਮਿਲੇ ਜੋ ਸਾਰਾ ਕੁਝ ਮਿਲੇ, ਡਸਨਟ ਮੈਟਰ, ਉਹ ਵਾਈਫ ਫਿਰ ਵੀ ਉਹ ਹੱਕ ਲੈ ਸਕਦੀ ਉਹ ਪ੍ਰਾਪਰਟੀ ਤੇ, ਕਿਉਂਕਿ ਉਹ ਉਹਦੇ ਨਾਂ ਦੇ ਵਿੱਚ ਆ। ਜਿੰਨੇ ਚਿਰ ਉਹ ਪ੍ਰਾਪਰਟੀ ਉਹਦੇ ਨਾਂ ਦੇ ਵਿੱਚ ਆ ਜਾਂ ਸਾਰੀ ਜਾਇਦਾਦ ਉਹਦੇ ਨਾਂ ਦੇ ਵਿੱਚ, ਉਹ ਪੂਰੀ ਹੱਕ ਵਾਈਫ ਨੂੰ ਮਿਲਦੇ ਆ। ਅੱਛਾ, ਕੋਈ ਵਾਈਫ ਏਦਾਂ ਦਾ ਰਜਿਸਟਰ ਚਾਰਜ ਵੀ ਕਰ ਸਕਦੀ ਪ੍ਰਾਪਰਟੀ ਤੇ ਜਿਹਨਾਂ ਹਸਬੰਡ ਵੇਚ ਨਹੀਂ ਸਕਦਾ ਪ੍ਰਾਪਰਟੀ? ਹਾਂਜੀ, ਕਰ ਸਕਦੀ। ਉਹਨੂੰ ਕੀ ਸਾਦੇ ਆ? ਇਦਾਂ ਹੈ ਕਿ ਜਿਹੜੀ ਪ੍ਰਾਪਰਟੀ ਦੇ ਵਿੱਚ ਤਾਂ ਤੁਸੀਂ ਮੈਰਿਟਲ ਹੋਮ ਜੋ ਹੈਗਾ ਆ, ਜਿਹਦੇ ਚ ਤੁਸੀਂ ਇਕੱਠੇ ਵਿਆਹੇ ਹੋ, ਤੁਸੀਂ ਇਕੱਠੇ ਰਹਿੰਦੇ, ਵਿਆਹੇ ਇਕੱਠੇ ਰਹਿੰਦੇ ਆ, ਓਕੂਪਾਈ ਕੀਤਾ ਹੋਇਆ ਆ, ਉਹਦੇ ਉੱਤੇ ਤੁਸੀਂ ਲੈਂਡ ਰਜਿਸਟਰੀ ਦੇ ਥਰੂ ਫਾਰਮ ਲੈ ਸਕਦੇ ਹੈਗੇ। ਫਾਰਮ ਦਾ ਨੰਬਰ ਹੈਗਾ HR1, ਅੱਛਾ, ਹੋਮ ਰਾਈਟਸ ਨੋਟਿਸ, ਉਹ ਪਾ ਸਕਦੇ ਹੈਗੇ। ਵੈਰੀ ਸਿੰਪਲ ਪ੍ਰੋਸੀਜਰ ਹੈ, ਫਾਰਮ ਭਰ ਕੇ ਭੇਜ ਦਿਓ 24 ਆਵਰਸ ਦੇ ਵਿੱਚ। ਮੈਂ ਦੀ ਵੋਟੀ ਆ, ਹਾਂਜੀ, ਤੇ ਬਸ ਇਹੀ ਸਾਈਨ ਕਰ ਦੋ, ਲੌਜ ਕਰ ਦੋ, ਤੇ ਉਸ ਤੋਂ ਬਾਅਦ ਇਹ ਹੈ ਕਿ ਲੈਂਡ ਰਜਿਸਟਰੀ ਨੂੰ ਰੈਕੋਰਡ ਹੋ ਜਾਂਦਾ ਹੈ ਕਿ ਆਹ ਵਾਈਫ ਦਾ ਨਾਂ ਆ ਤੇ ਵਾਈਫ ਇੱਥੇ ਰਹਿੰਦੀ ਆ। ਫਿਰ ਇਦਾਂ ਜਿਹਨੇ ਵੀ ਉਹ ਖਰੀਦਣੀ ਹੋਗੀ, ਜੇ ਉਹਨੇ ਵੇਚਣੀ ਆ ਜਾਂ ਮੋਰਗੇਜ ਲੈਣਾ ਆ, ਅਗਲੇ ਨੂੰ ਪਤਾ ਲੱਗ ਜਾਂਦਾ ਕਿਸੇ ਹੋਰ ਦਾ ਵੀ ਹੱਕ ਹੈਗਾ ਵਿੱਚ। ਅੱਛਾ, ਤੇ ਫਿਰ ਉਹਨਾਂ ਨੂੰ ਨੋਟਿਸ ਮਿਲ ਜਾਂਦਾ, ਤਾਂ ਇਦਾਂ ਫਿਰ ਉਹਦੇ ਵਿੱਚ ਉਹ ਹਿਸਾਬ ਨਾਲ ਰਹਿੰਦਾ, ਉਹ ਲੈਂਦਾ ਨਹੀਂ ਕਿ ਪ੍ਰਾਪਰਟੀ ਜੇ ਤਾਂ ਪੰਗਾ ਪੈਣਾ। ਹਾਂਜੀ, ਪੰਗਾ ਲੈਂਦਾ।